मैं हाँ बलिंदर सिंह विरमानी तो तुसीं वेख रहे हो साडा खास प्रोग्राम नजरिया। ਅੱਜ ਅਸੀਂ ਨਜ਼ਰੀਆ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਉਹਨਾਂ ਕਿਸਾਨਾਂ ਦੀ ਜਿਨ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਖਬਰ ਸੁਣਦਿਆਂ ਹੀ ਕਈ ਨੇਤਾ ਆਪਣੀ ਚੈਨਲ ਬਦਲ ਲੈਂਦੇ ਨੇ। ਲੋਕਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਦੀ ਫੁਰਸਤ ਨਹੀਂ। ਜੀ ਹਾਂ, ਅਸੀਂ ਉਹਨਾਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਜੋ ਕਿ ਤੁਹਾਡੇ ਲਈ ਦਿਨ ਰਾਤ ਜਾਗ ਕੇ ਫਸਲ ਤਿਆਰ ਕਰਦੇ ਨੇ, ਪਰ ਜਦੋਂ ਉਸ ਫਸਲ ਦਾ ਮੁੱਲ ਲੈਣ ਦੀ ਵਾਰੀ ਆਉਂਦੀ ਹੈ ਤਾਂ ਸਰਕਾਰਾਂ ਮੂੰਹ ਫੇਰ ਲੈਂਦੀਆਂ ਨੇ। ਹੱਥ ਮਲਦੇ ਰਹਿ ਜਾਂਦੇ ਨੇ ਸਿਰਫ ਅਤੇ ਸਿਰਫ ਕਿਸਾਨ। ਹੁਣ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਆਰਡੀਨੈਂਸ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰਨ ਅਤੇ ਫਿਰ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਕਿਸਾਨਾਂ ਵੱਲੋਂ ਲਲਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਨਾਲ ਹੀ ਕਈ ਥਾਵਾਂ ਤੇ ਸੜਕਾਂ ਵੀ ਜਾਮ ਕੀਤੀਆਂ ਜਾ ਰਹੀਆਂ ਨੇ। ਦਰਅਸਲ ਖੇਤੀਬਾੜੀ ਆਰਡੀਨੈਂਸ ਵਿਰੁੱਧ ਵੱਖੋ-ਵੱਖ ਕਿਸਾਨ ਜਥੇਬੰਦੀਆਂ ਦੁਆਰਾ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਤੇ ਫਿਰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲਲਕਾਰ ਰੈਲੀਆਂ ਰੱਖੀਆਂ ਗਈਆਂ ਸਨ। ਇਹਨਾਂ ਰੈਲੀਆਂ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣ ਲਈ ਪਹੁੰਚੇ ਅਤੇ ਫਿਰ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਹੋਰ ਵੱਡੇ ਅਤੇ ਅਹਿਮ ਫੈਸਲੇ ਲਏ ਜਾਣਗੇ ਤਾਂ ਜੋ ਸਰਕਾਰਾਂ ਤੇ ਦਬਾਅ ਬਣਾਇਆ ਜਾ ਸਕੇ। ਕਿਸਾਨਾਂ ਵੱਲੋਂ ਇੱਕ ਗੱਲ ਵੀ ਕਹੀ ਗਈ ਹੈ ਕਿ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਕਿਸਾਨ ਜਥੇਬੰਦੀਆਂ ਨਾਲ ਇਹਨਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਤਾਲਮੇਲ ਕੀਤਾ ਜਾਵੇ। ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹ ਆਰਡੀਨੈਂਸ ਰੱਦ ਨਹੀਂ ਕਰਦੀ ਉਸ ਸਮੇਂ ਤੱਕ ਕਿਸਾਨਾਂ ਵੱਲੋਂ ਪ੍ਰਦਰਸ਼ਨ ਜਾਰੀ ਰਹਿਣਗੇ। ਦਰਅਸਲ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਦਾ ਇਹ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ, ਜਿਨ੍ਹਾਂ ਰਾਹੀਂ ਖੇਤੀਬਾੜੀ ਉਤਪਾਦਾਂ ਲਈ ਖੁੱਲੀਆਂ ਮੰਡੀਆਂ ਕਾਇਮ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਕਿਸਾਨਾਂ ਦਾ ਮੰਨਣਾ ਹੈ ਕਿ ਸਰਕਾਰ ਦਾ ਇਰਾਦਾ ਕਿਸਾਨਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਨਹੀਂ, ਸਗੋਂ ਅਸਿੱਧੇ ਢੰਗ ਨਾਲ ਘੱਟੋ-ਘੱਟ ਸਮਰਥਨ ਮੁੱਲ ਸਿਸਟਮ ਨੂੰ ਖਤਮ ਕਰਨਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਆਰਡੀਨੈਂਸ ਸ਼ਾਂਤਾ ਕੁਮਾਰ ਕਮੇਟੀ ਵੱਲੋਂ ਸੁਝਾਏ ਗਏ ਉਹਨਾਂ ਸੁਧਾਰਾਂ ਨੂੰ ਲਾਗੂ ਕਰਨ ਦੀ ਇੱਕ ਕੋਸ਼ਿਸ਼ ਹੈ ਜਿਨ੍ਹਾਂ ਨੂੰ ਸਾਲ 2015 ਵਿੱਚ ਭਾਰਤ ਭਰ ਦੇ ਕਿਸਾਨਾਂ ਨੇ ਰੱਦ ਕਰ ਦਿੱਤਾ ਸੀ। ਗੌਰਤਲਬ ਹੈ ਕਿ ਸ਼ਾਂਤਾ ਕੁਮਾਰ ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਕੇਂਦਰ ਸਰਕਾਰ ਝੋਨੇ ਅਤੇ ਫਿਰ ਕਣਕ ਦੀ ਫਸਲਾਂ ਦੀ ਖਰੀਦ ਨੂੰ ਖਤਮ ਕਰੇ ਅਤੇ ਫਿਰ ਖਰੀਦ ਪ੍ਰਕਿਰਿਆ ਨੂੰ ਸੂਬਿਆਂ ਦੇ ਹਵਾਲੇ ਕਰ ਦਿੱਤਾ ਜਾਏ। ਇਸ ਤੋਂ ਇਲਾਵਾ ਕਮੇਟੀ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਅਧੀਨ ਲਾਭਪਾਤਰਾਂ ਦੀ ਗਿਣਤੀ ਘਟਾਉਣ ਦਾ ਸੁਝਾਅ ਵੀ ਦਿੱਤਾ ਸੀ। ਸੋ ਇਹਨਾਂ ਹੀ ਮਸਲਿਆਂ ਤੇ ਗੱਲ ਕਰਨ ਲਈ ਅੱਜ ਮੇਰੇ ਨਾਲ ਮੌਜੂਦ ਨੇ ਖਾਸ ਮਹਿਮਾਨ ਕਿ ਕਿਸਾਨਾਂ ਦੀ ਸੁਣਵਾਈ ਕੌਣ ਕਰੇਗਾ, ਕੀ ਕੋਈ ਹੈ ਜੋ ਕਿਸਾਨਾਂ ਦੀ ਸੁਣੇਗਾ। ਸੋ ਇਸੇ ਬਾਬਤ ਸਾਡੇ ਨਾਲ ਮੌਜੂਦ ਨੇ ਰਾਣਾ ਬਲਜੀਤ ਸਿੰਘ ਚਾਹਲ ਜੀ ਜੋ ਕਿ ਚੀਫ ਸਪੋਕਸਪਰਸਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ। ਚਾਹਲ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇਸ ਖਾਸ ਪ੍ਰੋਗਰਾਮ ਨਜ਼ਰੀਆ ਵਿੱਚ। ਅਤੇ ਨਾਲ ਹੀ ਮੇਰੇ ਨਾਲ ਜੁੜੇ ਹੋਏ ਨੇ ਖਾਸ ਮਹਿਮਾਨ ਸਾਬਕਾ ਐਮਐਲਏ ਸ਼੍ਰੋਮਣੀ ਅਕਾਲੀ ਦਲ ਗੜਸ਼ੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਸਾਹਿਬ। ਸੁਰਿੰਦਰ ਸਿੰਘ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦਾ ਇਸ ਖਾਸ ਪ੍ਰੋਗਰਾਮ ਨਜ਼ਰੀਆ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਹਰ ਪਾਸੇ ਸਰਕਾਰਾਂ ਇੱਕ ਦੂਜੇ ਨੂੰ ਘੇਰ ਰਹੀਆਂ ਨੇ। ਜੇਕਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਕਾਂਗਰਸ ਭਾਜਪਾ ਨੂੰ ਘੇਰ ਰਹੀ ਹੈ, ਜੇਕਰ ਕਿਸੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ ਤਾਂ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਘੇਰਦੀ ਵਿਖਾਈ ਦੇ ਰਹੀ ਹੈ। ਅਜੇ ਵਿੱਚ ਨੁਕਸਾਨ ਤਾਂ ਸਿਰਫ ਅਤੇ ਸਿਰਫ ਹੋ ਰਿਹਾ ਹੈ ਕਿਸਾਨਾਂ ਦਾ। ਰਾਣਾ ਸਾਹਿਬ, ਸਭ ਤੋਂ ਪਹਿਲਾਂ ਇਹ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ ਕਿ ਆਖਰ ਕਿਸਾਨਾਂ ਦਾ ਦੋਸ਼ ਕੀ ਹੈ? ਕਿਉਂ ਸਰਕਾਰਾਂ ਆਪਸ ਵਿੱਚ ਹੀ ਭਿੜਦੀਆਂ ਨੇ, ਕਿਉਂ ਪਾਰਟੀਆਂ ਆਪਸ ਵਿੱਚ ਭਿੜਦੀਆਂ ਨੇ ਅਤੇ ਨੁਕਸਾਨ ਹੁੰਦਾ ਸਿਰਫ ਅਤੇ ਸਿਰਫ ਸਾਡੇ ਅੰਨਦਾਤਾ ਕਿਸਾਨਾਂ ਦਾ? ਦੇਖੋ ਭਲਿੰਦਰ ਜੀ, ਜਿੱਥੋਂ ਤੱਕ ਤੁਸੀਂ ਸਟੇਟ ਗਵਰਨਮੈਂਟ ਦੀ ਗੱਲ ਕਰਦੇ ਹੋ, ਸਾਡੇ ਕੁਝ ਪਿੱਛੇ ਜਿਹੇ ਹਾਲਾਤ ਇਦਾਂ ਦੇ ਰਹੇ ਕਿ ਪੇਮੈਂਟਾਂ ਦੇ ਵਿੱਚ ਦੇਰੀਆਂ ਹੋਈਆਂ, ਜਿਸ ਦਾ ਕਾਰਨ ਇਹੀ ਰਿਹਾ ਸੀਗਾ ਕਿ ਪਹਿਲਾਂ 10 ਸਾਲਾਂ ਦੇ ਸਰਕਾਰ ਨੇ ਪੰਜਾਬ ਨੂੰ ਕਰਜ਼ਾਊ ਬਹੁਤ ਕਰ ਦਿੱਤਾ ਸੀ, ਥੋੜਾ ਜਿਹਾ ਸਿਸਟਮ ਅਪਸੈਟ ਹੋਇਆ ਪਿਆ ਸੀ ਸਟੇਟ ਗਵਰਨਮੈਂਟ ਦਾ। ਉਸ ਤੋਂ ਬਾਅਦ ਆ ਜਾਂਦੀ ਹੈ ਗੱਲ, ਪੰਜਾਬ ਦੀ ਸਰਕਾਰ, ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਨਾਲ ਜੋ ਵੀ ਵਾਅਦਾ ਕੀਤਾ, ਚਾਹੇ ਉਹ ਕਰਜ਼ੇ ਨੂੰ ਲੈ ਕੇ ਹੋਵੇ ਜਾਂ ਹੋਰ, ਉਹ ਵੱਖ-ਵੱਖ ਸਮੇਂ ਤੇ ਪੂਰੇ ਕੀਤੇ ਗਏ ਤੇ ਉਹ ਭਲੀ ਭਾਂਤੀ ਲੋਕਾਂ ਨੂੰ ਵੀ ਪਤਾ। ਹੁਣ ਗੱਲ ਆ ਜਾਂਦੀ ਹੈ ਕੇਂਦਰ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਵਿੱਚ ਬੈਠੇ ਜੋ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਹੀ ਕਿਸਾਨਾਂ ਦੇ ਦਰਦੀ ਸਮਝਣ ਵਾਲੇ ਸ਼੍ਰੋਮਣੀ ਅਕਾਲੀ ਦਲ ਜੀ, ਇਹਨਾਂ ਨੇ ਹਮੇਸ਼ਾ ਕਿਸਾਨਾਂ ਦੀ ਵਰਤੋਂ ਕਰਕੇ ਕਿਸਾਨਾਂ ਦੇ ਨਾਂ ਤੇ ਵੋਟਾਂ ਲਈਆਂ। ਉਸ ਤੋਂ ਬਾਅਦ ਕਿਸਾਨਾਂ ਦਾ, ਮੈਂ ਕਹਿ ਦਿੰਦਾ ਵੀ ਕਿਸਾਨ ਨੂੰ ਕੇਂਦਰ ਦੇ ਕੋਲੇ ਗਿਰਵੀ ਰੱਖਣ ਦੀਆਂ ਗੱਲਾਂ ਕੀਤੀਆਂ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ। ਉਹਦੇ ਵਿੱਚ ਤੁਸੀਂ ਦੇਖ ਲਓ, ਸਭ ਤੋਂ ਪਹਿਲਾਂ ਗੱਲ ਆਈ ਜਦੋਂ ਜੂਨ ਦੇ ਮਹੀਨੇ ਦੇ ਵਿੱਚ ਸਰਬਦਲੀ ਮੀਟਿੰਗ ਸੱਦੀ ਗਈ ਕੈਪਟਨ ਅਮਰਿੰਦਰ ਸਿੰਘ ਦੁਆਰਾ। ਮੀਟਿੰਗ ਦੇ ਵਿੱਚ ਇਹਨਾਂ ਨੇ ਕੋਈ ਵਾਜਬ ਆਪਦੇ ਬਣੀਓ ਪ੍ਰਤੀਗਮ ਪਾਰਟੀ ਨੇ। ਉਸ ਤੋਂ ਬਾਅਦ ਆ ਜਾਂਦੀ ਹੈ ਅੱਜ ਗੱਲ ਆ ਜਾਂਦੀ ਆ, ਅੱਜ ਜੇ ਇੱਥੇ ਪਾਰਲੀਮੈਂਟ ਟੇਬਲ ਹੋਣ ਦੀ ਗੱਲ ਆਈ ਬਿੱਲ ਦੀ, ਉੱਥੇ ਇਹਨਾਂ ਦਾ ਕੋਈ ਰਹਿਨੁਮਾ ਨਹੀਂ ਗਿਆ। ਪੰਜਾਬ ਦੇ ਵਿੱਚ ਇਹ ਗੱਲ ਕਿ ਇਹ ਸਭ ਤੋਂ ਵੱਡਾ ਦਰਦੀ ਸ਼੍ਰੋਮਣੀ ਅਕਾਲੀ ਦਲ ਹੈ, ਪਰ ਇਹਨਾਂ ਨੇ ਹਮੇਸ਼ਾ ਕੁਰਸੀ ਦਾ ਲਾਲਚ ਕੀਤਾ। ਕੁਰਸੀ ਲਈ ਇਹਨਾਂ ਨੇ ਸਾਡੇ, ਚਾਹੇ ਸਿੱਖੀ ਹੋਵੇ ਚਾਹੇ ਸਾਡੀ ਕਿਸਾਨੀ ਹੋਵੇ, ਹਮੇਸ਼ਾ ਉਸ ਨੂੰ ਗਿਰਵੀ ਰੱਖਿਆ।
ਇੱਕ ਪਾਸੇ ਪਹਿਲਾਂ ਸਟੇਟਮੈਂਟ ਦੇ ਦਿੰਦੇ ਆ ਕਿ ਅਸੀਂ ਇਸ ਚੀਜ਼ ਦਾ ਜੀ ਵਿਰੋਧ ਕਰਾਂਗੇ, ਪਹਿਲਾਂ ਇਹਨਾਂ ਨੇ ਕਿਹਾ ਅਸੀਂ ਵਿਰੋਧ ਕਰਾਂਗੇ, ਬਿੱਲ ਲਾਗੂ ਨਹੀਂ ਹੋਣ ਦੇਵਾਂਗੇ। ਉਸ ਤੋਂ ਬਾਅਦ ਨਾਲ ਦੀ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਪ੍ਰਤੀਕਰਮ ਦੇ ਦਿੰਦੇ ਆ ਕਿ ਜੀ ਇਹ ਬਿੱਲ ਬਹੁਤ ਵਧੀਆ ਕਿਸਾਨਾਂ ਲਈ। ਹਾਲਾਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਤਕਰੀਬਨ 6-7 ਸਟੇਟਾਂ ਦੀਆਂ ਜਿਹਦੇ ਚ ਭਾਰੀ ਨੁਕਸਾਨ ਹੋਣਾ, ਉਹ ਇਸ ਚੀਜ਼ ਦਾ ਵਿਰੋਧ ਕਰ ਰਹੀਆਂ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਆਪਣੇ ਇਹਨਾਂ ਦੇ ਜੋ ਭਾਈਵਾਲ ਆ ਉਹ ਪੰਜਾਬ ਦੇ ਚ ਇਹ ਗੱਲ ਕਰ ਰਹੇ ਕਿ ਜੀ ਇਹ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਬਿੱਲ ਹੈ। ਤੇ ਜਿੱਥੋਂ ਤੱਕ ਅੱਜ ਆ ਜਾਂਦੀ ਆ ਬਿਲਕੁਲ ਹੀ ਚਿਹਰਾ ਹੀ ਨੰਗਾ ਹੋ ਜਾਂਦਾ ਹੈ। ਜਦੋਂ ਅੱਜ ਸਭ ਤੋਂ ਵੱਡੀ ਗੱਲ ਸੀ ਉੱਥੇ ਤੋਂ ਬਾਅਦ ਡਿਸਕਸ਼ਨ ਦੈਟਸ ਅ ਡਿਫਰੈਂਟ ਮੈਟਰ ਕਿ ਵੀਰ ਸ਼ੁੱਕਰਵਾਰ ਨੂੰ ਉਹਦੇ ਤੇ ਡਿਸਕਸ਼ਨ ਹੋਣੀ ਆ, ਪਰ ਜਦੋਂ ਉੱਥੇ ਬਿੱਲ ਅੱਜ ਟੇਬਲ ਹੋਣ ਲੱਗਿਆ ਇਹਨਾਂ ਦਾ ਕੋਈ ਵੀ ਬੰਦਾ ਨਹੀਂ ਸੀ, ਚਾਹੇ ਬੀਬਾ ਹਰਸਿਮਰਤ ਕੌਰ ਬਾਦਲ ਹੋਣ, ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵੀ ਨੇ ਸੁਰਿੰਦਰ ਸਿੰਘ ਭੁੱਲੇਵਾਲ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਗੰਭੀਰ ਇਲਜ਼ਾਮ ਤਾਂ ਤੁਹਾਡੇ ਤੇ ਵੀ ਲੱਗ ਰਹੇ ਨੇ ਕਿ ਤੁਸੀਂ ਕਿਸਾਨਾਂ ਦੀ ਬਾਹ ਫੜਨ ਦਾ ਹਮੇਸ਼ਾ ਦਾਅਵਾ ਕਰਦੇ ਹੈਗੇ ਹੋ, ਪਰ ਜਦੋਂ ਵਾਰੀ ਆਉਂਦੀ ਹੈ ਤਾਂ ਮੁਕਰ ਜਾਂਦੇ ਹੋ। ਕੀ ਕਹਿਣਾ ਚਾਹੋਗੇ ਇੱਥੇ? ਬੇਨਤੀ ਆ ਕਿ ਰਾਣਾ ਬਲਜੀਤ ਸਿੰਘ ਜੀ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਇਲੈਕਸ਼ਨ ਲੜਿਆ, ਮੈਨੀਫੈਸਟੋ ਲੈ ਕੇ ਆਏ ਆ, ਇਹ ਜਿਹੜਾ ਆਰਡੀਨੈਂਸ ਦੇ ਵੀ ਮੱਦ ਉਸ ਵੇਲੇ ਵੀ ਉਹਨਾਂ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਛਾਪੀ ਹੋਈ ਆ। ਤੇ ਬੇਨਤੀ ਆ ਕਿ ਹੱਥ ਦੇ ਵਿੱਚ ਗੁਟਕਾ ਸਾਹਿਬ ਚੱਕ ਕੇ ਤਲਵੰਡੀ ਸਾਬੋ ਦੇ ਏਰੀਆ 'ਚ ਗਏ ਸੀ, ਉੱਥੇ ਕਸਮ ਖਾਧੀ ਸੀ ਕਿ ਕਿਸਾਨਾਂ ਦਾ ਕਰਜ਼ਾ ਚਾਹੇ ਨੈਸ਼ਨਲ ਬੈਂਕ ਦਾ, ਚਾਹੇ ਕੋਆਪਰੇਟਿਵ ਬੈਂਕ ਦਾ, ਚਾਹੇ ਆਰਤੀ ਦਾ ਹੋਵੇ, ਤੇ ਸਾਰੇ ਤੇ ਲਕੀਰ ਫੇਰ ਦੇਣੀ ਆ। ਅੱਜ ਇਹ ਖਜ਼ਾਨਾ ਖਾਲੀ ਕਰਨ ਦੀ ਗੱਲ ਦੱਸਣ ਡਏ ਆ, ਔਰ ਜਿੱਥੇ ਡਿਸਟਿਲਰੀਆਂ ਲਾ ਕੇ 5600 ਕਰੋੜ ਦਾ ਚੂਨਾ ਇਹਨਾਂ ਪੰਜਾਬ ਦੇ ਰੈਵਨਿਊ ਨੂੰ ਲਾਇਆ। ਅੱਜ 70 ਕਰੋੜ ਰੁਪਇਆ ਸਕਾਲਰਸ਼ਿਪ ਖਾ ਗਏ, ਔਰ ਕਿਸਾਨੀ ਦੀ ਬੁਰੀ ਹਾਲਤ ਆ। ਅੱਜ ਜੋ ਕਿਸਾਨਾਂ ਦਾ ਹਾਲ ਆ, ਔਰ ਪਿੱਛੇ ਜੋ ਹਾਈ ਕਮੇਟੀ ਦੀ ਮੀਟਿੰਗ ਹੋਈ ਸੀ, ਉਹ 6 ਮੁੱਖ ਮੰਤਰੀ ਸਾਹਿਬਾਨਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਆਰਡੀਨੈਂਸ ਤੇ ਸਹਿਮਤੀ ਪ੍ਰਗਟ ਕੀਤੀ, ਔਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਦੀ ਮੀਟਿੰਗ ਬੰਬੇ ਦੇ ਵਿੱਚ ਹੋਈ ਆ, ਔਰ ਉੱਥੇ ਜਾ ਕੇ ਖਜ਼ਾਨਾ ਮੰਤਰੀ ਜੀ ਨੇ ਫਿਰ ਉੱਤੇ ਆਰਡੀਨੈਂਸ ਤੇ ਸਹਿਮਤੀ ਪਾਵਰ ਆਪਣੇ ਜਾ ਕੇ ਸਹਿਮਤੀ ਪ੍ਰਗਟ ਕੀਤੀ ਆ। ਅੱਜ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹਿਤੈਸ਼ੀ ਪਾਰਟੀ ਆ, ਜਿੱਥੇ ਕਿਸਾਨਾਂ ਮਜ਼ਦੂਰਾਂ ਦੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਬਾਂਹ ਫੜੀ ਆ। ਅੱਜ ਜੇ ਕਿਸਾਨ ਦਾ ਬਿਜਲੀ ਦਾ ਬਿੱਲ ਮਾਫ ਕੀਤਾ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੀਤਾ। ਜੇ ਮਾਲੀਆ ਮਾਫ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਮਾਫ ਕੀਤਾ। ਅੱਜ ਮਸ਼ੀਨਰੀ ਤੇ ਇੰਪਲੀਮੈਂਟ ਜਿਹੜੇ ਆ ਉਹ ਤੇ ਸਬਸਿਡੀ ਦਿੱਤੀ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਦਿੱਤੀ ਆ। ਔਰ ਕਾਂਗਰਸ ਪਾਰਟੀ ਔਰ ਸੈਂਟਰ 'ਚ 50 ਸਾਲ ਰਾਜ ਰਿਹਾ, ਪੰਜਾਬ ਦੇ ਵਿੱਚ 50 ਸਾਲ ਦਾ ਰਾਜ ਰਿਹਾ। ਇਹ ਤਾਂ ਠੀਕ ਹੈ, ਇਹ ਤਾਂ ਤੁਸੀਂ ਪਾਸ ਦੀ ਗੱਲ ਕਰ ਰਹੇ ਹੋ, ਅਸੀਂ ਸਾਰੇ ਜਾਣਦੇ ਹਾਂ ਇਸ ਗੱਲਾਂ ਨੂੰ, ਸਾਰਿਆਂ ਨੂੰ ਜਾਣਦੇ ਹਾਂ। ਇਹਨੂੰ ਦੌਰਾਨ ਦੀ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਇਸ ਪ੍ਰੋਗਰਾਮ ਵਿੱਚ ਲੋੜ ਹੈਗੀ ਹੈ, ਪਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਜ ਦੇ ਆਰਡੀਨੈਂਸ ਦੀ ਗੱਲ ਕਰ ਰਹੇ ਹਾਂ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਆਰਡੀਨੈਂਸ ਪਾਸ ਹੋ ਰਹੇ ਨੇ ਇਹਦੇ ਤੇ ਕਦਮ ਚੁੱਕਣੇ ਚਾਹੀਦੇ ਨੇ? ਇਹਦੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਰਵੱਈਆ ਕਿਸਾਨਾਂ ਪ੍ਰਤੀ? ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਇਹ ਜਿਹੜੇ ਆਰਡੀਨੈਂਸ ਜਿਹੜੇ ਪਾਸ ਹੋ ਰਹੇ ਨੇ, ਇਹਨਾਂ ਦੇ ਲਾਗੂ ਹੋਣ ਤੋਂ ਬਾਅਦ ਦੁਰਦਸ਼ਾ ਹੀ ਹੋਏਗੀ ਔਰ ਦੁਰਦਸ਼ਾ ਹੀ ਦਿਖਾਈ ਦੇਗੀ ਕਿਸਾਨਾਂ ਦੀ। ਗੱਲ ਤਾਂ ਈਜ਼ੀ ਹੋਈ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਚਟਾਨ ਵਾਂਗਰ ਖੜਾ ਆ, ਔਰ ਜਿੱਥੇ ਕਿਸਾਨਾਂ ਨੇ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਦੇ ਕੋਲ ਗਏ ਆ, ਤੇ ਉੱਥੇ ਉਹਨਾਂ ਨੇ ਆਖਿਆ ਕਿ ਸਾਨੂੰ ਕੋਈ ਸੈਂਟਰ ਗਵਰਨਮੈਂਟ ਲਿਖਤੀ ਸਾਨੂੰ ਵਿਸ਼ਵਾਸ ਦੇਵੇ, ਔਰ ਲਿਖਤੀ ਵਿਸ਼ਵਾਸ ਵੀ ਲਿਆ ਕੇ ਦਿੱਤਾ। ਤੇ ਅੱਜ ਜਿੱਥੇ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਉੱਥੇ ਖੇਤੀਬਾੜੀ ਮੰਤਰੀ ਜੀ ਨੇ ਜਿੱਥੇ ਵਿਸ਼ਵਾਸ ਦਿਵਾਇਆ ਕਿ MSP ਜਿਹੜੀ ਆ ਉਹ ਸਦਾ ਹੀ ਲਾਗੂ ਰਹੂਗੀ, ਕਿ ਇਹ ਕਿਸਾਨਾਂ ਦੇ ਫਾਇਦੇ ਵਾਸਤੇ ਅਸੀਂ ਕਰ ਰਹੇ ਹਾਂ। ਅੱਜ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਵੀ ਕਿਸਾਨਾਂ ਦੇ ਨਾਲ ਆ, ਸੈਂਟਰ ਗਵਰਨਮੈਂਟ ਨੂੰ ਅੱਜ ਵੀ ਆਖ ਰਿਹਾ ਕਿ ਇਹ ਤੇ ਵਿਚਾਰ ਕਰੋ ਕਿ ਜਿੰਨਾ ਚਿਰ ਕਿਸਾਨਾਂ ਦੀ ਗੱਲ ਸੁਣੀ ਨਹੀਂ ਜਾਂਦੀ, ਅਸੀਂ ਕਿਸਾਨਾਂ ਦੇ ਨਾਲ ਚਟਾਨ ਵਾਂਗਰ ਖੜੇ ਆ। ਠੀਕ ਹੈ ਰਾਣਾ ਸਾਹਿਬ, ਇਹਨਾਂ ਆਰਡੀਨੈਂਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਇਹਨਾਂ ਨੂੰ ਸਹੀ ਸਮਝਦੇ ਹੋ ਜਾਂ ਗਲਤ? ਭਲਿੰਦਰ ਜੀ, ਜਿਹੜਾ MSP ਦੀ ਨੂੰ ਲੈ ਕੇ ਗੱਲ ਹੋਈ ਆ, MSP ਨੂੰ ਖਤਮ ਕਰਨਾ, ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ APMC, ਉਹਨੂੰ ਖਤਮ ਕਰਨਾ। ਇਹ ਦੇ ਵਿੱਚ ਗੱਲ ਹੈ ਕਿ ਤੁਸੀਂ MSP ਜਦੋਂ ਖਤਮ ਹੋ ਗਈ, ਉਸ ਤੋਂ ਬਾਅਦ ਇਹ ਵੀ ਜਿਹੜਾ ਕਿਸਾਨ ਦਾ ਸਮਰਥਨ ਮੁੱਲ ਆ ਉਹ ਖਤਮ ਹੋ ਜਾਊਗਾ, ਤੇ ਉਸ ਤੋਂ ਬਾਅਦ ਇਹ ਗੱਲਾਂ ਕਰਦੇ ਆ। ਇਹ ਦਰਅਸਲ ਜਿਹੜਾ ਇੱਕ ਈਸਟ ਇੰਡੀਆ ਕੰਪਨੀ ਨਰਿੰਦਰ ਮੋਦੀ ਦੁਬਾਰਾ ਲਿਆਉਣੀ ਚਾਹ ਰਿਹਾ ਕਿ ਉਸ ਤੋਂ ਬਾਅਦ ਖਤਮ ਹੋਣ ਤੋਂ ਬਾਅਦ ਕਿਸਾਨ ਆਪਦਾ ਆਪ ਜਾ ਕੇ ਵੇਚੂਗਾ, ਉਹ ਆਪਦੇ ਭਾਅ ਦੇ ਹਿਸਾਬ ਨਾਲ ਲੈਣਗੇ ਚੀਜ਼ ਨੂੰ। ਉਸ ਤੋਂ ਬਾਅਦ ਕਈ ਕਲੌਜ਼ਸ ਆ ਉਹਦੇ ਵਿੱਚ,
ਜਦੋਂ ਲਿਖਤੀ ਰੂਪ ਦੇ ਵਿੱਚ ਕੰਟਰੈਕਟ ਹੋਣਗੇ ਉਹ 'ਚ ਕਈ ਕਲੌਜ਼ਸ ਹੋਣਗੇ ਕਿ ਜੇ ਮੰਨ ਲਓ ਫਸਲ ਦੀ ਉੱਥੇ ਸਾਡਾ ਨੁਕਸਾਨ ਹੋ ਗਿਆ ਫਿਰ ਉਹਦਾ ਕੀ ਕਰਨਗੇ ਜਿਹੜੀਆਂ ਇਹਨਾਂ ਨੂੰ ਪ੍ਰਾਈਵੇਟ ਏਜੰਸੀਜ਼ ਹੋਣਗੀਆਂ ਉਹਦਾ ਕੀ ਸਿਸਟਮ ਹੋਊਗਾ। ਦੂਸਰੀ ਗੱਲ ਇਹ ਰਹਿ ਜਾਂਦੀ ਆ APMC ਦੇ ਵਿੱਚ ਹੁੰਦਾ ਮੰਡੀਕਰਨ ਦੀ ਗੱਲ, ਆਣ ਜਾ ਕੇ ਆਪਦਾ ਕਿਤੇ ਵੀ ਕਰ ਸਕਦਾ। ਜਿਹੜਾ ਮੰਡੀਕਰਨ ਆ ਟੋਟਲ ਐਵਰੇਜ ਆਲ ਓਵਰ ਇੰਡੀਆ ਦੇ ਵਿੱਚ ਕੱਢੀ ਗਈ ਹੈ, ਜਿਹੜੇ ਕਿਸਾਨ ਹੈਗੇ 2 ਏਕੜ ਤੋਂ 5 ਏਕੜ ਤੱਕ % ਕਿਸਾਨ ਹੈਗੇ ਆ, 80% ਕਿਸਾਨ ਕੋਲ ਕਿੱਥੋਂ ਟਰਾਂਸਪੋਰਟੇਸ਼ਨ ਕਰ ਲੂਗਾ, ਕਿੱਥੋਂ ਆਪਦੀ ਚੀਜ਼ ਜਾ ਕੇ ਬਾਹਰ ਮੰਡੀਆਂ ਦੇ ਵਿੱਚ ਵੇਚ ਲੂਗਾ। ਮੰਡੀਕਰਨ ਖਤਮ ਕਰਨ ਨਾਲ ਕਿੱਡਾ ਵੱਡਾ ਨੁਕਸਾਨ ਹੋਊਗਾ ਸਾਡੇ ਪੱਲੇਦਾਰਾਂ ਦਾ, ਹੋਰ ਲੋਕਾਂ ਦਾ ਨੁਕਸਾਨ ਹੋਊਗਾ। ਇਹ ਜੇ ਇੱਕ ਵਾਰੀ ਬਿੱਲ ਲਾਗੂ ਹੋ ਗਿਆ ਤਾਂ ਇਸ ਨੂੰ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਨਹੀਂ ਭਰਪਾਈ ਕਰ ਸਕਣਗੀਆਂ। ਇਸ ਮੌਕੇ ਦੇ ਉੱਪਰ ਜੋ ਬਿੱਲ ਲਾਗੂ ਕਰਨ ਦੀ ਗੱਲ ਹੈ, ਅੱਜ ਸੁਰਿੰਦਰ ਸਿੰਘ ਜੀ ਗੱਲ ਕਰ ਰਹੇ ਆ ਕਿ ਇਹਨਾਂ ਨੇ ਜਾ ਕੇ ਜੀ ਉੱਥੇ ਲਿਖ ਕੇ ਦਿੱਤਾ, ਉਹਦੇ ਤੇ ਸਹਿਮਤੀ ਦੀ ਪ੍ਰਗਟਾਈ ਹੈ। ਜੇ ਸਹਿਮਤੀ ਨਹੀਂ ਪ੍ਰਗਟਾਈ ਹੁੰਦੀ ਤਾਂ ਅੱਜ ਬਿੱਲ ਹੀ ਨਾ ਉੱਥੇ ਪੇਸ਼ ਹੁੰਦਾ। ਟੇਬਲ ਕਰਨ ਦਾ ਬਿੱਲ ਮਤਲਬ ਇਹ ਆ ਵੀ ਉੱਥੇ ਟੇਬਲ ਹੋ ਗਿਆ, ਉਸ ਤੋਂ ਬਾਅਦ ਉਸ ਬਿੱਲ ਦੇ ਉੱਪਰ ਡਿਸਕਸ਼ਨ ਹੋਊਗੀ, ਡਿਸਕਸ਼ਨ ਤੋਂ ਬਾਅਦ ਤਾਂ ਬਿੱਲ ਪਾਸ ਹੋ ਜੀ ਜਾਣਾ। ਚਲੋ ਉਦੋਂ ਬਾਅਦ ਚ ਵੀ ਦੇਖਿਆ ਜਾਊਗਾ ਵੀ ਇਹ ਬਿੱਲ ਦੇ ਵਿੱਚ ਉੱਥੇ ਭੁਗਤ ਕੇ ਆਉਂਦੇ ਆ ਵੋਟ ਕਿ ਬਿੱਲ ਦੇ ਅਗੇਂਸਟ ਬਣਿਆ। ਦਰਅਸਲ ਗੱਲ ਇਹ ਆ, ਚਾਹੇ ਆਪਣੇ ਪਹਿਲਾਂ ਗੱਲ ਹੋਵੇ ਰਿਜ਼ਰਵੇਸ਼ਨ ਦੀ ਗੱਲ ਹੋਵੇ, ਚਾਹੇ ਪੰਜਾਬੀ ਦੀ ਬੋਲੀ ਨੂੰ ਲੈ ਕੇ ਮੁੱਦਾ ਹੋਵੇ, ਚਾਹੇ ਉਸ ਤੋਂ ਬਾਅਦ ਆ 3 ਐਕਟ ਲਿਆਉਣ ਦੀ ਗੱਲ ਹੋਵੇ, ਇਹ ਸ਼੍ਰੋਮਣੀ ਅਕਾਲੀ ਦਲ ਦਾ ਦੋਹਰਾ ਚਿਹਰਾ ਲੋਕਾਂ ਦੇ ਸਾਹਮਣੇ ਆਇਆ। ਕਿਉਂ ਗੱਲਾਂ ਲੈ ਕੇ ਆ ਰਹੇ ਹੋ? ਕਿਉਂ ਮੁੱਦਿਆਂ ਨੂੰ ਭਟਕਾ ਰਹੇ ਹੋ? ਅਸੀਂ ਮੁੱਦਿਆਂ ਨੂੰ ਨਹੀਂ ਭਟਕਾਣਾ, ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਪੰਜਾਬੀ ਭਾਸ਼ਾ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਦੂਜੀ ਗੱਲ ਰਾਣਾ ਸਾਹਿਬ ਤੁਹਾਨੂੰ ਸੁਣਨਾ, ਮੇਰੀ ਗੱਲ ਪੂਰੀ, ਮੇਰਾ ਸਵਾਲ ਤਾਂ ਸੁਣ ਲਓ। ਮੇਰਾ ਸਵਾਲ ਸਿੰਪਲ ਸੀ ਕਿ ਤੁਸੀਂ ਇਸ ਆਰਡੀਨੈਂਸ ਤੋਂ ਖੁਸ਼ ਹੋ ਜਾਂ ਨਾ ਖੁਸ਼ ਹੋ, ਇੰਨਾ ਸਿੰਪਲ ਜਿਹਾ ਸਵਾਲ ਸੀ। ਮੇਰੀ ਪਹਿਲੀ ਗੱਲ ਮੇਰੀ ਵੀ ਪੂਰੀ ਸੁਣੋ। ਜਦੋਂ ਡਿਸਕਸ਼ਨ ਦੇ ਵਿੱਚ ਉਹਨਾਂ ਨੇ ਆਪਦੇ ਪਹਿਲਾਂ ਸੁਰਿੰਦਰ ਜੀ ਨੇ ਗੱਲ ਕੀਤੀ ਆ, ਉਸ ਸੰਦਰਭ ਦੇ ਵਿੱਚ ਮੈਂ ਗੱਲ ਕੀਤੀ ਆ ਕਿ ਸਰਦਾਰ ਸੁਖਬੀਰ ਤੇ ਬੀਬਾ ਹਰਸਿਮਰਤ ਕੌਰ ਜਾ ਕੇ ਆਏ। ਹੁਣ ਤਾਂ ਦੱਸੋ ਰਾਣਾ ਸਾਹਿਬ, ਖੁਸ਼ ਹੋ ਜਾਂ ਨਾ ਖੁਸ਼ ਹੋ, ਹੁਣ ਤਾਂ ਦੱਸੋ। ਨਹੀਂ, ਅਸੀਂ ਕਾਂਗਰਸ ਸਰਕਾਰ ਤਾਂ ਅਖੀਰ ਤੱਕ ਲੜਾਈ ਲੜੂਗੀ, ਅਸੀਂ ਇਸ ਆਰਡੀਨੈਂਸ ਕਦੇ ਵੀ ਪਾਸ ਨਹੀਂ ਹੋਣ ਦੇਵਾਂਗੇ ਜੀ। ਠੀਕ ਹੈ, ਪਰ ਦੂਜੇ ਪਾਸੇ ਜੇਕਰ ਯੂਪੀ ਦੀ ਗੱਲ ਕਰੀ, ਰਾਜਸਥਾਨ ਦੀ ਗੱਲ ਕਰੀ, ਉੱਥੇ ਦੀ ਕਾਂਗਰਸ ਉਹਨਾਂ ਦੀਆਂ ਰਾਜ ਸਰਕਾਰਾਂ ਖਿਲਾਫ ਖੜੀ ਹੈ, ਉਹ ਕਿਉਂ? ਫਿਰ ਮੇਰੀ ਗੱਲ ਸੁਣੋ, ਹਰੇਕ ਦੀ ਆਪਦੀ ਹੈ ਕਿ ਸਟੇਟ ਨੇ ਕਿਸ ਪੱਖ 'ਚ ਖੜਾ ਨਹੀਂ ਕਰਨਾ, ਪਰ ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਜਿਹੜੀਆਂ 5 ਸਟੇਟਾਂ ਕਿਸਾਨਾਂ ਵਾਲੀਆਂ ਉੱਥੇ ਅੰਦੋਲਨ ਹੋ ਰਿਹਾ ਤੇ 5 ਸਟੇਟਾਂ ਦੀਆਂ ਜਿਹੜੀਆਂ ਕਿਸਾਨ ਯੂਨੀਅਨ ਆ ਉਹ ਇੱਕ ਮੁੱਠ ਸਾਰ ਆ। ਠੀਕ ਹੈ, ਯਾਨੀ ਕਿ ਇਹ ਮੰਨਿਆ ਜਾਏ ਕਿ ਕਾਂਗਰਸ ਜਿਹੜੀ ਹੈ ਆਪਸੀ ਜਿਹੜੀ ਖਿੱਚੋਤਾਣ ਚ ਉਲਝੀ ਰਹੇਗੀ, ਕਿਉਂਕਿ ਹੋਰਨਾਂ ਸੂਬਿਆਂ ਦੀਆਂ ਜਿਹੜੀਆਂ ਉੱਥੇ ਪਾਰਟੀਆਂ ਨੇ ਕਾਂਗਰਸ ਦੀਆਂ ਉਹ ਕੁਝ ਹੋਰ ਕਹਿ ਰਹੀਆਂ ਨੇ, ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਤੁਹਾਡੇ ਹੱਥ ਵਿੱਚ ਉਹ ਕੁਝ ਹੋਰ ਕਹਿ ਰਹੀ ਹੈ। ਇਹ ਕਿਉਂ ਇੰਨਾ ਮਨਮੁਟਾਵ, ਇੰਨਾ ਉੱਪਰ ਥੱਲੇ ਗੱਲਾਂ ਕਿਉਂ ਹੋ ਰਹੀਆਂ? ਮੇਰੀ ਗੱਲ ਸੁਣੋ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਅੱਜ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਕਮਾਂਡ ਦਿੱਤੀ ਗਈ ਹੈ 5-6 ਸਟੇਟਾਂ ਦੇ ਕੇਸ ਦੀ ਪੈਰਵਾਈ ਰਾਜ ਸਭਾ ਦੇ ਵਿੱਚ ਕਰਨ ਵਾਸਤੇ। 3 ਬੰਦੇ ਹੋਰ ਵੀ ਲਾਏ ਆ, ਪਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਮੋਢੀ ਰੱਖ ਕੇ ਉਸ ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਗੱਲ ਕੀਤੀ ਹੈ ਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਗਈ ਹੈ। ਤੇ ਜਿੱਥੋਂ ਤੱਕ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਮੇਸ਼ਾ ਕੈਪਟਨ ਜੋ ਕਿਹਾ ਉਹ ਕੀਤਾ, ਤੇ ਇਸ ਵਕਤ ਵੀ ਅਸੀਂ ਜੋ ਆਰਡੀਨੈਂਸ ਆ ਉਹਦਾ ਵਿਰੋਧ ਕਰਾਂਗੇ, ਚਾਹੇ ਸਾਨੂੰ ਸੜਕਾਂ ਤੇ ਆਉਣਾ ਪਵੇ ਇਸ ਲਈ। ਠੀਕ ਹੈ, ਸੁਰਿੰਦਰ ਜੀ, ਇਹੀ ਸਵਾਲ ਮੈਂ ਤੁਹਾਡੇ ਤੋਂ ਵੀ ਕਰਨਾ ਚਾਹਾਂਗਾ, ਤੁਸੀਂ ਇਸ ਆਰਡੀਨੈਂਸ ਤੋਂ ਖੁਸ਼ ਹੋ ਜਾਂ ਨਾ ਖੁਸ਼ ਹੋ? ਅਸੀਂ ਇਸ ਆਰਡੀਨੈਂਸ ਤੋਂ ਸ਼੍ਰੋਮਣੀ ਅਕਾਲੀ ਦਲ ਖੁਸ਼ ਨਹੀਂ ਜੀ। ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਆਰਡੀਨੈਂਸ ਤੋਂ ਬਿਲਕੁਲ ਖੁਸ਼ ਨਹੀਂ। ਅਸੀਂ ਸੈਂਟਰ ਨੂੰ ਸਪਸ਼ਟ ਦੱਸ ਦਿੱਤਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਜਿੰਨਾ ਚਿਰ ਤਸੱਲੀ ਨਹੀਂ ਹੁੰਦੀ, ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਚਟਾਨ ਵਾਂਗਰ ਖੜਾ। ਠੀਕ ਹੈ, ਪਰ ਇੱਕ ਗੱਲ ਦੱਸੋ ਨਾ, ਰਾਣਾ ਸਾਹਿਬ ਕਿ ਸੋਨੀਆ ਗਾਂਧੀ ਨੇ ਆਪਣੇ ਜਿਹੜੇ ਨੇ ਲਾਭ ਲਸ਼ਕਰ ਉੱਥੇ ਖੜਾ ਕੀਤਾ ਹੋਇਆ ਪਾਰਲੀਮੈਂਟ ਦੇ ਬਾਹਰ, ਜੋ ਕਿ ਧਰਨੇ ਪ੍ਰਦਰਸ਼ਨ ਕਰ ਰਹੇ, ਕਿ ਸ਼੍ਰੋਮਣੀ ਅਕਾਲੀ ਦਲ ਜਾਏਗੀ ਕਿਸਾਨਾਂ ਦੇ ਹੱਕ ਵਿੱਚ ਧਰਨੇ ਪ੍ਰਦਰਸ਼ਨ ਕਰਨ ਦੇ ਲਈ? ਸ਼੍ਰੋਮਣੀ ਅਕਾਲੀ ਦਲ ਨੇ ਕੋਰ ਕਮੇਟੀ ਦੇ ਵਿੱਚ ਆਪਣੀ ਕਮੇਟੀ ਬਣਾ ਕੇ ਸੈਂਟਰ ਦੇ ਕੋਲ ਭੇਜੀ ਆ। ਉਹ ਸੈਂਟਰ ਦੇ ਨਾਲ, ਜਿੱਥੇ ਪ੍ਰਧਾਨ ਮੰਤਰੀ ਜੀ ਦੇ ਨਾਲ, ਹੋਮ ਮਿਨਿਸਟਰ ਦੇ ਨਾਲ, ਐਗਰੀਕਲਚਰ ਮਿਨਿਸਟਰ ਦੇ ਨਾਲ ਉਹ ਕਿਸਾਨਾਂ ਬਾਰੇ ਸਾਰੀ ਗੱਲ ਕਰ ਰਹੇ ਆ। ਅੱਜ ਜਿੱਥੇ ਮੈਂ ਰਾਣਾ ਜੀ ਗੱਲ ਕਰ ਰਹੇ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ ਆ, ਜਿਹੜੇ ਕਿਸਾਨ ਐਸਐਸਸੀ, ਇਹ ਕਾਂਗਰਸ ਵਾਲੇ ਮੈਨੂੰ ਦੱਸਣ ਕਿ ਕਿਸਾਨਾਂ ਵਾਸਤੇ ਨਹੀਂ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੀਤਾ ਹੋਵੇ।
ਔਰ ਇੱਕ ਵੀ ਕੰਮ ਨਹੀਂ ਦੱਸ ਸਕਦੇ ਕਿਸਾਨੀ ਵਾਸਤੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੰਡੀਆਂ ਫੋਕਲ ਪੁਆਇੰਟ ਬਣਾਏ ਔਰ ਨਹਿਰਾਂ ਕੱਢੀਆਂ ਔਰ ਪੱਕੇ ਖਾਲੇ ਕੀਤੇ, ਆਖਰੀ ਲੱਕੇ ਤੱਕ ਪਾਣੀ ਕਿਸਾਨੀ ਨੂੰ ਦੇਣ ਦਾ ਸ਼ੁਰੂ ਕੀਤਾ। ਔਰ ਕਾਂਗਰਸ ਇੱਕ ਵੀ ਕੰਮ ਨਹੀਂ ਆਪਣਾ ਦੱਸ ਸਕਦੀ ਜਿਹੜਾ ਨਹੀਂ ਪੰਜਾਬ ਦੇ ਕਿਸਾਨਾਂ ਵਾਸਤੇ ਕੀਤਾ ਹੋਵੇ। ठीक है, वो काम तो दस ही रहे ने, राणा साहब वही तो काम दस रहे हैं कि उन्होंने कर्जे माफ किए, होर भी बड़ा कुछ किया, और राणा साहब पहले ही दस चुके हैं। पर इत्थे सवाल सुरिंदर सिंह जी, मैं सुरिंदर सिंह जी, मैं सवाल तुहानूं कीता सीगा कि उन्होंने अपने जिहड़े नुमाइंदे खड़े किए ने, प्रदर्शन हो रहा है इस समय, कांग्रेस वालों भी प्रदर्शन हो रहा है, कि श्रोमणी अकाली दल वालों प्रदर्शन होएगा या नहीं होएगा? मेरा सिंपल एक सवाल सीगा, तुसीं केंद्र सरकार श्रोमणी लेकिन अज केंद्र सरकार नूं मोटा जोड़ के खड़न दी कि तुहाडे वालों ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮੇਟੀ ਬਣਾ ਕੇ ਸੈਂਟਰ ਦੇ ਜਿਹੜੇ ਹਾਈ ਪਾਵਰ ਮਿਨਿਸਟਰ ਆ ਉਹਨਾਂ ਨੂੰ ਮਿਲਣ ਵਾਸਤੇ ਕਮੇਟੀ ਬਣਾਤੀ, ਉਹਨਾਂ ਨਾਲ ਗੱਲਬਾਤ ਕਰਨ ਵਾਸਤੇ। ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨੀਆਂ ਜਾਣ, ਜਿਨ੍ਹਾਂ ਜੇ ਨਹੀਂ ਮੰਨਦੇ ਅਸੀਂ ਕਿਸਾਨਾਂ ਨਾਲ ਖੜੇ ਆ। चलो ठीक है, राणा साहब, हर सरकार किसानों दी मुश्किलां सुनन विच फेल हो रही है। पंजाब विच पहला अकाली भाजपा की सरकार थी, तां किसान निराश सन। अज कांग्रेस की सरकार है, तां भी किसान निराश ही दिखाई दे रहे हैं। आखिर किसानों को एवें क्यों लगता है कि कोई भी सरकार उन्हां दी बाह नहीं फड़ती, कोई भी सरकार उन्हां दी गल नहीं सुनती? अजिहा क्यों? जिथों तक मैं तुहानूं पहलां भी गल कर चुका कि पंजाब की गल कर रहे हैं, पंजाब के जे लोगों की गल करिए, जो कैप्टन अमरिंदर सिंह ने किसानों के नाल वादे कीते सीगे वो पूरे कीते। अजे 1 साल सरकार दे विच होर भी पिया, जो रह रही कमियां वो भी पूरीआं कीतियां जाणगीआं। पर जो पिछले 10 साल दे विच अकाली दल ने पंजाब दे विच किसानी दा, नौजवानी दा हाल कर दिता सी, सारे पंजाबियों नूं उस गल दा कोई मुनकर नहीं हुंदा। ਅਸੀਂ ਇਹ ਗੱਲ ਕਰਦੇ ਹਾਂ ਭਲਿੰਦਰ जी, ਇਹ ਉਹ ਮੋਦੀ ਸਰਕਾਰ ਹੈ ਜਿਹੜੀ ਕਿ ਕਹਿੰਦੀ ਸੀ ਵੋਟਾਂ ਲੈਣ ਵੇਲੇ ਕਿ ਅਸੀਂ 50 ਦੁੱਗਣੀ ਕਰਾਂਗੇ ਉਹਨਾਂ ਦੀ ਆਮਦਨ ਦੁੱਗਣੀ ਤਾਂ ਕੀ ਕਰਨੀ ਸੀ। ਅੱਜ ਸਾਰੇ ਲੱਖਾਂ ਦੇ ਵਿੱਚ ਵੋਟਾਂ ਲੈ ਕੇ ਕਿਸਾਨ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਆ। ਕਿਉਂਕਿ ਮੈਂ ਅੱਜ ਵੀ ਕਹਿਣਾ ਕਿ ਕੁਰਸੀਆਂ ਹੈਗੀਆਂ ਲੋਕਾਂ ਕਰਕੇ ਹੈਗੀਆਂ, ਕਿਸਾਨਾਂ ਕਰਕੇ ਹੈਗੀਆਂ, ਕਿਸਾਨ ਭਰਾਵਾਂ ਕਰਕੇ ਆ। तो इन्हां दे नाल दगा नहीं करनी चाहिए। अज जे हरसिमरत कौर बादल नूं, बीबा जी नूं उत्ते कुर्सी भी छड्डनी पै जाए तां उन्होंने जिस तरह पंजाब दे MP, कांग्रेस पार्टी दे MP साहिबान जां राज्य सभा मैंबर श्रीमती सोनिया गांधी जी ने उत्ते तैनात कीते, उस तरह ही इस्तीफा दे के बाहर आके बैठ जाण, फिर पंजाबियां दे विच किते ना किते इन्हां दी शाख मजबूत हो सकदी है। अदरवाइज जे अज इह भुगतदे आ, इट विल बी रिटन इन हिस्ट्री दे विच लिखिया जाऊगा इन्हां दा गद्दारी दे विच। खैर गद्दारी पहला इन्होंने कौम के नाम तो कर ली, सिक्खी के नाम से वोटा लैके, हुण जो रहिंदी खुंदी इन्हां दी शाख किसानी के नाम से वोटा मंगदे आ, वो भी इन्हां दी खत्म हो जानी आ। सो इस वेले सानू एक दूजे ते तोहमतां लाउण दी गल नहीं। तुसीं देखो डिबेट की स्टार्टिंग ते तुसीं इह गल पुछिआ कि किसानां लई की कर रही आ, जो MSP नूं लैके, इस बिल नूं लैके, ते असीं की मेरे सत्कारयोग सुरिंदर सिंह जी कहण लग गए, तोहमतां लाउण लगे। इह वक्त तोहमतां लाउण दा नहीं, किसानां दे नाल खड़न दा, डट के खड़न दा, ते टैक्नीकल ते सानू थोड़े जे चंगे तरीके नाल पंजाब दे लोकां नूं समझाउण दा कि अकाली दल किवें खड़ा है। अज मैं उही गल कर रहा, जे अकाली दल अज तो 10 दिन पहला उन्हां नूं लिख के दे के आए सी, तो फिर अज बिल टेबल क्यों होया? जे बिल टेबल हो गया तो इन्हां दी उत्ते गैर मौजूदगी की झलकाउंदी है पंजाब दे लोकां नूं, बहुत वड्डा प्रश्न चिन्ह हो गया। ते आउण वाले समय च जिद्दन डिस्कशन होगी उधर भी लोकां दे सामने आजू। ठीक है राणा साहब, पर जिवें तुसीं गल हुणे कीती हैगी है कि किसान अपने आप नूं ठग्या होया महसूस कर रहे हैं, ਉਹ उस समय भी ठगिया महसूस कर रहे थे जो अकाली भाजपा की सरकार सी। हुण मैं सवाल फिर दोबारा रिपीट करांगा क्योंकि मेरे सवाल का ना जवाब मैनूं नहीं मिल रहा, वो तुसीं भटक के जा रहे हो। हुण तुसीं कह रहे हो कि इस समय जिहड़ा हैगा किसान ठगिया होया महसूस उस समय कर रहा सी, पर अज भी वो ठगिया महसूस कर रहा है। तुसीं किसानां दे कर्जे माफी की गल करते हैगे हो, उस समय तो कैप्टन सरकार ने कहा सीगा कि मैं पूर्ण तौर पर कर्जे माफ करांगा, पर उस तो बाद जो सरकार बनती है तो TNC ਜਿਹੜਾ ਟੈਗ ਹੁੰਦਾ ਹੈ ਕਾਰਪੋਰੇਟ ਕੰਪਨੀਆਂ ਦਾ, ਉਹ ਇੱਥੇ ਵੀ ਦੇਖਣ ਨੂੰ ਮਿਲਿਆ ਸਰਕਾਰਾਂ ਵਿੱਚ, ਟਰਮਸ ਐਂਡ ਕੰਡੀਸ਼ਨਸ ਇੱਥੇ ਵੀ ਲਗਾ ਦਿੱਤੀਆਂ ਗਈਆਂ। ਕਿਉਂ? ਆਖਰ ਕਿਉਂ? ਮੇਰੀ ਗੱਲ ਸੁਣੋ ਭਲਿੰਦਰ, ਜਿਹੜੇ ਪੰਜਾਬ ਦੇ ਸਰਕਮਸਟੈਂਸਿਸ ਸੀ ਜਦੋਂ ਸਰਕਾਰ ਪਾਵਰ ਦੇ ਵਿੱਚ ਆਈ ਸੀ, ਉਦੋਂ ਅਸੀਂ ਪੰਜਾਬ ਨੂੰ, ਇਹਨਾਂ ਨੂੰ ਜੋ 10 ਸਾਲ ਦੇ ਵਿੱਚ ਕਹਿ ਰਹੇ, ਇਹਨਾਂ ਨੂੰ ਭਲੀ ਭਾਂਤੀ ਪਤਾ ਵੀ ਇਹਨਾਂ ਨੇ ਪੰਜਾਬ ਸੇ ਕਿੰਨਾ ਕਰਜ਼ਾ ਕੀ ਛੱਡਿਆ। ਸਰਕਾਰ ਨੇ ਆਪਦੇ ਆਊਟਸੋਰਸਿਸ ਦੇ ਨਾਲ ਇੱਥੇ ਰੈਵਨਿਊ ਜਨਰੇਟ ਕਰਕੇ किसानों का कर्जा, हालांकि किन्ने टाइम बाद साडा GST का होर लल्ला भब्बा पैसा आया। जो पंजाब दे विच जो कांग्रेस सरकार है उन्होंने ना किसानों के नाल धोखा किया। आने वाले 1 साल दे विच मैं इत्थे तुहाडे माध्यम नाल आशवाना लोकां नूं कि जो लोकां दीयां मुश्किलां किसानां दीयां उन्हां नूं भी हल किया जाऊगा। ते 2022 दे विच यही किसान भरा
ਸਾਨੂੰ ਪੂਰਨ ਬਹੁਮਤ ਦੇ ਕੇ ਫਿਰ ਦੁਬਾਰਾ ਪਾਵਰ ਵਿੱਚ ਲੈ ਕੇ ਆਉਣਗੇ। ਚਲੋ ਠੀਕ ਹੈ, ਸੁਰਿੰਦਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ? ਹੱਥ ਚੁੱਕ ਰਹੇ ਸੀ ਤੁਸੀਂ। ਦੇਖੋ ਬੇਨਤੀ ਇਹ ਆ, ਪਾਰਟੀ ਜਦੋਂ ਇਲੈਕਸ਼ਨ ਲੜਦੀ ਆ ਕਿਸਾਨਾਂ ਨਾਲ, ਗਰੀਬਾਂ ਨਾਲ, ਵਪਾਰੀ ਨਾਲ, ਮੁਲਾਜ਼ਮਾਂ ਨਾਲ ਵਾਅਦੇ ਵੱਡੇ ਕਰਦੀ ਆ। ਕੈਪਟਨ ਅਮਰਿੰਦਰ ਸਿੰਘ ਨੇ 2002 ਸਰਕਾਰ ਵਿੱਚ 5 ਸਾਲ ਸਰਕਾਰ ਇਹਦੀ ਚੱਲੀ ਆ, ਇੱਕ ਕੰਮ ਵੀ ਆਪਣੇ ਰਾਣਾ ਜੀ ਮੈਨੂੰ ਗਿਣਾ ਦੇਣ ਜਿਹੜਾ ਉਹਨਾਂ ਨੇ ਪੰਜਾਬ 'ਚ ਕੀਤਾ ਹੋਵੇ। ਹੁਣ 4 ਸਾਲ ਹੋ ਗਏ ਸਰਕਾਰ ਬਣੀ, 4 ਸਾਲ ਹੋ ਗਏ ਸਰਕਾਰ ਬਣੀ, 4 ਸਾਲ ਦੇ ਸਮੇਂ ਦੇ ਵਿੱਚ ਇੱਕ ਵੀ ਪ੍ਰੋਜੈਕਟ ਪੰਜਾਬ ਦੇ ਵਿੱਚ ਲਿਆਂਦਾ ਹੋਵੇ ਇਹ ਦੱਸ ਸਕਦੇ ਆ। ਕਿਸਾਨਾਂ ਵਾਸਤੇ ਕੀ ਕੀਤਾ? ਔਰ ਜਿੱਥੇ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਕਿਸਾਨਾਂ ਦਾ ਚਾਹੇ ਨੈਸ਼ਨਲ ਬੈਂਕ, ਕੋਆਪਰੇਟਿਵ ਬੈਂਕ, ਆੜਤੀ ਦਾ ਕਰਜ਼ਾ ਸਾਰਾ ਮਾਫ ਕਰ ਦਿਆਂਗੇ। ਕਿਸੇ ਦਾ ਕਿਸਾਨ ਦਾ 2 ਲੱਖ, ਕਿਸੇ ਦਾ 50,000, ਕਿਸੇ ਦਾ 25,000 ਆ ਕਿਸਾਨਾਂ ਨੂੰ ਦਿੱਤਾ ਨਹੀਂ ਜਾਂਦਾ। ਅੱਜ ਇਹ ਕਿਸਾਨ ਜਿਹੜਾ ਠਗਿਆ ਮਹਿਸੂਸ ਕਰਦਾ, ਇਹ ਕਹਿੰਦੇ ਭਾਈ ਸਰਕਾਰ ਬਣੇਗੀ, ਭਾਈ ਜਿਹਨਾਂ ਦੇ ਜ਼ਮਾਨਤਾਂ ਜ਼ਬਤ ਹੋਣਗੀਆਂ। ਗੱਲਾਂ ਕਰ ਰਹੇ ਹੋ ਸੁਰਿੰਦਰ ਸਿੰਘ ਜੀ, ਤੁਸੀਂ ਉਹੀ ਗੱਲਾਂ ਨੂੰ ਰਿਪੀਟ ਕਰ ਰਹੇ ਹੋ ਜੋ ਰਾਣਾ ਜੀ ਬੋਲ ਚੁੱਕੇ ਨੇ। ਕਿਸਾਨ ਠੱਗਿਆ ਮਹਿਸੂਸ ਕਰ ਰਿਹਾ। ਕਿਸਾਨ ਉਸ ਸਮੇਂ ਠੱਗਿਆ ਮਹਿਸੂਸ ਕਰ ਰਿਹਾ ਸੀ ਜਦੋਂ ਤੁਹਾਡੀ ਸਰਕਾਰ ਸੀਗੀ, ਅਕਾਲੀ ਭਾਜਪਾ ਦੀ ਸਰਕਾਰ ਜਦੋਂ ਪੰਜਾਬ ਵਿੱਚ ਸੀਗੀ। ਕੀ ਉਦੋਂ ਕਿਸਾਨ ਖੁਸ਼ ਸੀਗੇ? ਹਰ ਦੂਜੇ ਦਿਨ ਤਾਂ ਕਿਸਾਨਾਂ ਦੇ ਧਰਨੇ ਉਦੋਂ ਵੀ ਦੇਖਣ ਨੂੰ ਮਿਲਦੇ ਸੀ। ਉਦੋਂ ਤੁਸੀਂ ਕਿਉਂ ਨਾ ਰੋਕੇ ਧਰਨੇ ਉਹਨਾਂ ਦੇ? ਉਹਨਾਂ ਨੂੰ ਕਿਉਂ ਉਦੋਂ ਕਿਉਂ ਨਾ ਖੁਸ਼ ਕੀਤਾ ਤੁਸੀਂ? ਬਿਲਕੁਲ ਤੁਹਾਡੀ ਗੱਲ ਸੱਚ ਆ। ਕਿਸਾਨ ਜਿਹੜਾ ਆ ਬੜੇ ਕਿਉਂਕਿ ਸੈਂਟਰ ਦੇ ਵਿੱਚ ਲੰਮਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਆ। ਕਾਂਗਰਸ ਦੀ ਸਰਕਾਰ ਨੇ ਕਿਸਾਨਾਂ ਦੇ ਹੱਕ 'ਚ ਕੋਈ ਪਾਲਿਸੀ ਨਹੀਂ ਬਣਾਈ। ਅੱਜ ਕਿਸਾਨਾਂ ਦਾ ਅਜਾੜਾ ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੋ ਰਿਹਾ, ਔਰ ਸੈਂਟਰ ਦੀਆਂ ਸਰਕਾਰਾਂ ਪਾਲਿਸੀਆਂ ਬਣਾਉਂਦੀਆਂ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਬਣਾਉਂਦੀਆਂ। ਇਹ ਮੈਨੂੰ ਦੱਸਣਗੇ 50 ਸਾਲ ਦੇ ਰਾਜ ਦੇ ਵਿੱਚ ਇਹਨੇ ਕਿਸਾਨਾਂ ਦਾ ਕੀ ਕੀਤਾ। ਅਸੀਂ ਤਾਂ ਅੱਜ ਵੀ ਕਿਸਾਨਾਂ ਦੇ ਨਾਲ ਚਟਾਨ ਵਾਂਗ ਸ਼੍ਰੋਮਣੀ ਅਕਾਲੀ ਦਲ ਖੜਾ। ਔਰ ਜਿਵੇਂ ਤੁਸੀਂ ਦੱਸਿਆ ਰਾਜਸਥਾਨ ਦੇ ਵਿੱਚ ਕੀ ਕਰ ਰਹੀ ਸਰਕਾਰ ਇਹਨਾਂ ਦੀ, ਔਰ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਆਪ ਇਸ ਬਿੱਲ ਤੇ ਸਹਿਮਤੀ ਪ੍ਰਗਟ ਕਰਕੇ ਆਏ ਆ, ਔਰ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਬੰਬੇ ਦੇ ਵਿੱਚ ਜਾ ਕੇ ਮੀਟਿੰਗ ਸਹਿਮਤੀ ਪ੍ਰਗਟ ਕਰਕੇ ਆਏ ਆ। ਅੱਜ ਇਹ ਗੱਲਾਂ ਕਰ ਰਹੇ ਆ ਔਰ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਅੱਜ ਇਹਨਾਂ ਲੋਕਾਂ ਨੇ ਛੱਡ ਦਿੱਤਾ। ਅੱਜ ਕਿਸਾਨ ਜਿਹੜਾ ਔਰ ਅਤਰਾ ਕਰ ਰਿਹਾ। ਅੱਜ ਕਿਹਨਾਂ ਇਸ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਨਾਲ, ਦੇਸ਼ ਦੇ ਨਾਲ ਧੋਖਾ ਕੀਤਾ। ਇਹ ਲੋਕਾਂ ਦੇ ਬਣਦੇ ਹੱਕ ਨਹੀਂ ਕਦੀ ਨਹੀਂ ਦਵਾਏ। ਔਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਠੀਕ ਹੈ। ਸੁਰਿੰਦਰ ਜੀ ਰਾਣਾ ਸਾਹਿਬ ਦਾ ਸਿੰਪਲ ਇੱਕ ਸਵਾਲ ਸੀਗਾ ਕਿ ਜਦੋਂ ਇਹ ਜਿਹੜੇ ਆਰਡੀਨੈਂਸ ਟੇਬਲ ਕੀਤੇ ਗਏ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਕੀਤੇ ਸੀਗੇ, ਉਸ ਸਮੇਂ ਕਿਉਂ ਨਹੀਂ ਬੋਲੇ ਫਿਰ? ਕਿਉਂਕਿ ਸਾਡੀ ਜਿਹੜੀ ਕਮੇਟੀ ਬਣ ਕੇ ਗਈ ਆ, ਉਹ ਜਿੱਥੇ ਪ੍ਰਧਾਨ ਮੰਤਰੀ ਜੀ, ਹੋਮ ਮਿਨਿਸਟਰ ਜੀ ਨੂੰ ਤੇ ਐਗਰੀਕਲਚਰ ਮੰਤਰੀ ਦੇ ਨਾਲ ਉਹ ਮੀਟਿੰਗ ਕਰਨਗੇ ਕਿ ਕਿਹਾ ਉਹਨਾਂ ਨੂੰ ਕਰਨ ਵਾਸਤੇ ਕਿ ਜਿੰਨਾ ਚਿਰ ਕਿਸਾਨਾਂ ਦੇ ਹੱਕਾਂ ਦੇ ਕਿਸਾਨ ਸੰਤੁਸ਼ਟ ਨਹੀਂ ਹੁੰਦਾ ਅਸੀਂ ਸੈਂਟਰ ਸਰਕਾਰ ਦੇ ਨਾਲ ਨਹੀਂ ਰਵਾਂਗੇ। ਇਹ ਕਿਹਾ ਸੀ, ਉਦੋਂ ਵਾਕਆਊਟ ਕਿਹਨੇ ਕੀਤਾ? ਗੱਲ ਕਰੇਗੀ ਜਾ ਕੇ। ਉਦੋਂ ਵਾਕਆਊਟ ਕਰ ਲੈਣਾ ਚਾਹੀਦਾ ਸੀ ਨਾ, ਉਦੋਂ ਪ੍ਰਦਰਸ਼ਨ ਕਰਨਾ ਚਾਹੀਦਾ ਸੀਗਾ, ਉਦੋਂ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਤਾਂ ਜੋ ਕਿਸਾਨ ਵੀਰਾਂ ਨੂੰ ਵੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਖੜੀ ਹੈ। ਕਿਸਾਨ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਨਾਲ ਅੱਜ ਵੀ ਖੜਾ ਹੈ। ਇਹ ਜਿਹੜੇ ਕਾਂਗਰਸ ਪਾਰਟੀ ਆ ਉੱਥੇ ਜਾ ਕੇ ਕੁਝ ਕਰਿਆ ਹੁੰਦੀ ਆ, ਉਹਨਾਂ ਨੇ ਗੱਲ ਮੰਨ ਲੈਂਦੀ ਆ, ਪੰਜਾਬ 'ਚ ਜਾ ਕੇ ਕਿਸਾਨਾਂ ਨੂੰ ਭੜਕਾ ਰਹੀ ਆ। ਸੁਰਿੰਦਰ ਸਿੰਘ ਜੀ, ਨਜ਼ਰੀਆ ਇੱਥੇ ਤਾਂ ਸਮਝਣ ਦੀ ਜ਼ਰੂਰਤ ਹੈ ਕਿ ਨਜ਼ਰੀਆ ਸਾਫ਼ ਨਹੀਂ ਹੈਗਾ। ਨਜ਼ਰੀਆ ਸਾਫ਼ ਰੱਖਣ ਦੀ ਜ਼ਰੂਰਤ ਹੈਗੀ ਹੈ। ਕਿਸਾਨਾਂ ਨੂੰ ਦੱਸਣ ਦੀ ਜ਼ਰੂਰਤ ਹੈਗੀ ਹੈ ਕਿ ਕੌਣ ਉਹਨਾਂ ਦੇ ਨਾਲ ਖੜਾ, ਕੌਣ ਉਹਨਾਂ ਦੇ ਨਾਲ ਨਹੀਂ ਖੜਾ। ਕਮੇਟੀ ਉਹਨਾਂ ਨੂੰ ਮਿਲ ਆਈ, ਲੇਕਿਨ ਉਸ ਤੋਂ ਬਾਅਦ ਜਦੋਂ ਤੁਹਾਡੀ ਗੱਲ ਨਹੀਂ ਸੁਣੀ, ਆਰਡੀਨੈਂਸ ਟੇਬਲ ਕਰ ਦਿੱਤਾ ਗਿਆ, ਉਸ ਤੋਂ ਬਾਅਦ ਤੱਕ ਕਦਮ ਚੁੱਕਣੇ ਚਾਹੀਦੇ ਸੀ। ਹਾਂਜੀ ਚੱਕ ਰਹੇ, ਚੱਕੂਗੇ, ਬਿਲਕੁਲ ਚੱਕੂਗੇ। ਜੀ ਰਾਣਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਹੱਥ ਖੜਾ ਕਰ ਰਹੇ ਸੀ। ਪਹਿਲੀ ਤਾਂ ਮੈਂ ਇਹਨਾਂ ਨੂੰ ਗੱਲ ਦੱਸਦਾ ਕਿ ਜਿਹੜੀ ਇਹ ਗੱਲ ਕਰਦੇ ਨੇ ਕੈਪਟਨ ਸਰਕਾਰ ਨੇ ਪਹਿਲਾਂ ਜਦੋਂ ਟੈਨਿਓਰ ਰਹਿ ਗਈ ਉਦੋਂ ਕੀ ਕੁਝ ਕੰਮ ਕੀਤੇ ਸੀ, ਉਹ ਮੈਂ ਸ਼ਾਇਦ ਜੇ ਗਿਣਾਉਣ ਲੱਗ ਗਿਆ। ਮੈਨੂੰ ਸਾਰੇ ਕੰਮ ਯਾਦ ਆ ਪਰ ਮੈਂ ਉਸ ਵਿਸ਼ੇ 'ਚ ਜਾਣਾ ਨਹੀਂ ਚਾਹੁੰਦਾ। ਦੂਸਰੀ ਗੱਲ, ਤੁਸੀਂ ਗਿਣਾਉਣੇ ਚਾਹੀਦੇ। ਬੀਟੀ ਕਾਟਨ ਕੈਪਟਨ ਅਮਰਿੰਦਰ ਸਿੰਘ ਨੇ ਲਿਆਇਆ ਜਦੋਂ ਤੁਹਾਡੀ ਪਹਿਲੀ ਸਰਕਾਰ ਰਹੀ ਹੈ ਕਾਂਗਰਸ ਦੀ, ਉਦੋਂ ਵੀ ਤੋਤਾ ਸਿੰਘ ਖਾ ਗਿਆ ਸੀ ਤੇ ਉਦੋਂ ਬਾਅਦ ਵਾਲੀ ਚੋਂ ਹੀ ਖਾ ਗਿਆ ਸੀ। ਬੀਟੀ ਕਾਟਨ ਲਿਆਂਦਾ, ਬੀਟੀ ਕਾਟਨ ਪਾਣੀ ਉੱਪਰ ਆਈ, ਉਸ ਤੋਂ ਬਾਅਦ ਫੇਰ ਤੁਹਾਡੀ ਕਿਸਾਨ ਪੈਰਾਂ ਸਿਰ ਹੋਇਆ। 10 ਸਾਲ ਦੇ ਤੁਸੀਂ ਸਪਰੇਆਂ ਵੇਚੀਆਂ, ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਪਾਣੀ ਵਾਲੀਆਂ ਸਪਰੇਆਂ ਲੋਕਾਂ ਨੂੰ ਦਿੱਤੀਆਂ। ਨਰਮੇ ਤੁਹਾਡਾ ਤੋਤਾ ਸਿੰਘ ਖਾ ਗਿਆ। ਉਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ। ਮੈਂ ਬਿਲਕੁਲ ਝੂਠੀ ਸਰਕਾਰ ਆ, ਤੁਹਾਡੀ ਸਰਕਾਰ ਹੈ, ਤੂੰ ਕੱਢ ਕੇ ਚਰਨਜੀਤ ਚੰਨੀ ਡਿਬੇਟ ਨਹੀਂ ਹੋਊਗਾ ਵੀ ਤੁਹਾਡੇ ਅੱਜ ਨਿੱਤ ਵੀ ਗੱਲ ਨਹੀਂ ਕਰਾਏ। ਤੇ ਦੂਸਰੀ ਮੈਂ ਇੱਥੇ ਹੋਰ ਗੱਲ ਕਰਦਾ, ਜਿਹੜੀ ਇਹ ਗੱਲ ਕਰ ਰਹੇ ਆ ਅੱਜ ਕੈਪਟਨ ਸਾਹਿਬ ਦੀ ਹਾਈ ਪਾਵਰ ਮੀਟਿੰਗ ਦੇ ਵਿੱਚ ਜਿਹੜੀ ਅੱਜ ਕੇਂਦਰੀ ਮੰਤਰੀ ਨੇ ਗੱਲ ਕੀਤੀ ਆ,
ਉਹਦੇ 'ਚ ਇਹਨਾਂ ਨੇ ਇਹ ਗੱਲ ਕੀਤੀ ਸੀ ਕਿ ਸਾਰੇ ਮੁੱਖ ਮੰਤਰੀ ਬੁਲਾਏ। ਜਦੋਂ ਹਾਈ ਪਾਵਰ ਦੀ ਕਮੇਟੀ ਹੁੰਦੀ ਹੈ, ਜਿਹੜੀਆਂ ਸਟੇਟਾਂ ਦੇ ਵਿੱਚ ਇਹ ਲਾਗੂ ਹੋਣਾ ਸੀ, ਉੱਥੋਂ ਨੇ ਮੁੱਖ ਮੰਤਰੀ ਬੁਲਾਏ, ਉਹਨਾਂ ਦੀ ਸਹਿਮਤੀ ਪੁੱਛੀ ਗਈ, ਪਰ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਸਹਿਮਤੀ ਨਹੀਂ ਦਿੱਤੀ। ਇਹ ਇਸ ਗੱਲ ਨੂੰ ਵੀ ਕਲੀਅਰ ਸਹਿਮਤੀ ਦੇ ਕੇ ਆਏ ਪੂਰੀ ਲੈ ਕੇ ਪੂਰੀ ਉੱਤੇ ਸਹਿਮਤੀ ਦੇ ਕੇ ਆਏ ਆ। ਬੋਲੋ ਰਾਣਾ ਜੀ, ਰਾਣਾ ਜੀ ਠੀਕ ਹੈ, ਇਲਜ਼ਾਮਬਾਜ਼ੀਆਂ ਠੀਕ ਨੇ। ਸੁਰਿੰਦਰ ਸਿੰਘ ਜੀ ਤੁਸੀਂ ਦੱਸੋ, ਤੁਸੀਂ ਬੋਲੋ। 2019 ਦੇ ਵਿੱਚ ਇਹੀ ਆਰਡੀਨੈਂਸ ਇਹਨਾਂ ਨੇ ਵਿਧਾਨ ਸਭਾ 'ਚ ਪਾਸ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ, ਉਸ ਵੇਲੇ ਵੀ ਪਾਸ ਕੀਤਾ ਇਹਨਾਂ ਨੇ। ਅੱਜ ਇਹ ਕੈਪਟਨ ਅਮਰਿੰਦਰ ਸਿੰਘ ਉੱਥੇ ਸੈਂਟਰ ਜਾ ਕੇ ਕੁਝ ਕਹਿ ਰਹੇ ਆ, ਅੱਜ ਕਿਸਾਨਾਂ ਨੂੰ ਇੱਥੇ ਭੜਕਾ ਰਹੇ ਆ, ਔਰ ਕਿਸਾਨਾਂ ਦੇ ਹੱਕ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਕੋਈ ਨਹੀਂ ਕੀਤੀ, ਨਾ ਇਹਨਾਂ ਨੇ ਕਰਨੀ ਆ। ਜੀ ਰਾਣਾ ਜੀ, ਲਗਾਤਾਰ ਕੈਪਟਨ ਤੇ ਕਿਉਂ ਤਿੱਖੇ ਸਵਾਲ ਕੀਤੇ ਜਾਂਦੇ ਨੇ? ਕੈਪਟਨ ਨੂੰ ਕਿਉਂ ਤਲਵਾਰ ਤੇ ਰੱਖ ਦਿੱਤਾ ਜਾਂਦਾ ਹੈ? ਕਦੀ ਤਾਂ 2019 ਚ ਕਿਉਂ ਨਹੀਂ? 2019 ਚ ਵਿਧਾਨ ਸਭਾ ਵਿੱਚ ਪਾਸ ਕੀਤਾ ਇਹਨਾਂ ਨੇ ਆਰਡੀਨੈਂਸ। ਗੱਲ ਸੁਣੋ ਭਲਿੰਦਰ ਜੀ, ਉਹ ਕਹਿ ਦਿੰਦੇ ਆ ਕੰਮ ਸੱਸ ਤੋਂ ਨਹੀਂ ਹੋਣਾ, ਠੀਕ ਹੈ, ਤੇ ਜਿਹੜੇ ਅਗਣੇ ਨੂੰਹ ਦੇ ਕੱਢਣੇ, ਕੰਮ ਇਹਨਾਂ ਤੋਂ ਆਪ ਨਹੀਂ ਹੋ ਰਿਹਾ। ਮੁਖੀ ਪੰਜਾਬ ਦੇ ਵਿੱਚ ਕੈਪਟਨ ਦੀ ਗੱਲ ਕਰ ਰਹੇ, ਕੇਂਦਰ ਦੇ ਵਿੱਚ ਭਾਈਵਾਲਾ ਜਿਹੜੀ ਉੱਥੇ ਜਾ ਕੇ ਕਾਨੂੰਨ ਲੈ ਕੇ ਆਈ ਆ, ਕੀ ਬੋਲਿਆ ਉਹਨਾਂ ਕਾਨੂੰਨਾਂ ਦੇ ਹੱਕ ਵਿੱਚ ਜਾ ਕੇ? ਲੋਕਾਂ ਨੂੰ ਉਹ ਪਹਿਲਾਂ ਵਾਲੀਆਂ ਗੱਲਾਂ ਕਹੀਆਂ, ਬੈਠੀਆਂ ਬਾਦਲ ਸਾਹਿਬ ਬੋਲ ਦਿੰਦੇ ਸੀ। ਰਾਣਾ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ 2019 ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਪਾਸ ਕੀਤਾ ਜਾਂ ਨਹੀਂ ਕੀਤਾ? ਇਹ ਦੱਸੋ ਕੀਤਾ ਕਿ ਨਹੀਂ ਕੀਤਾ? ਤੁਸੀਂ ਜਿਹੜਾ ਗੱਲ ਸੁਣੋ ਸੁਰਿੰਦਰ, ਮੈਨੀਫੈਸਟੋ ਦੇ ਵਿੱਚ ਵੀ ਲੈ ਕੇ ਆਏ ਆ। ਕੀ ਮੈਨੀਫੈਸਟੋ ਤੁਸੀਂ ਇੱਥੇ ਲੋਕਾਂ ਨੂੰ ਦਿਖਾ ਦਿਓ, ਕੀ ਲੈ ਕੇ ਮੈਨੀਫੈਸਟੋ ਦੇ ਵਿੱਚ? ਮੈਨੀਫੈਸਟੋ ਅਮਰਿੰਦਰ ਲਿਆਂਦਾ ਜੀ ਮੈਨੀਫੈਸਟੋ। ਤੁਸੀਂ ਫਿਰ ਕੰਮਾਂ ਦੀ ਗੱਲ ਕਰਦੇ ਆ, ਕੰਮਾਂ ਨੰਬਰ ਦੀ ਗੱਲ ਕਰਨੀ ਸੀ। ਸੋ ਕਹਿਣ ਦਾ ਮਤਲਬ ਇਹ ਭਲਿੰਦਰ ਜੀ, ਆਹ ਵੇਲਾ ਜਿਹੜਾ ਹੈਗਾ ਇੱਥੇ ਸਾਨੂੰ ਕੇਂਦਰ ਦੀ ਸਰਕਾਰ ਦੇ ਸਾਹਮਣੇ ਕਾਂਗਰਸ ਪਾਰਟੀ ਲਾਮਬੰਦ ਹੋਈ ਹੈ ਕਿਸਾਨਾਂ ਦੇ ਵਿੱਚ, ਉਸੇ ਤਰ੍ਹਾਂ ਹੀ ਇਹਨਾਂ ਨੂੰ ਹੋਣਾ ਚਾਹੀਦਾ। ਕਿਸਾਨਾਂ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਕਿ ਕਮਰੇ 'ਚ ਹੋਰ ਗੱਲ ਕਰਨੀ ਨਾਲ ਖੜੇ ਆ ਤੇ ਪੰਜਾਬ ਦੇ ਵਿੱਚ ਆ ਕੇ ਹੋਰ ਗੱਲ ਕਰ। ਜੇ ਕਿਸਾਨੀ ਨਾਲ ਖੜੇ ਹੋ 3 ਵਾਰੀ ਸਟੇਟਮੈਂਟ ਕਰਨ ਲਈ, ਜੇ ਕਿਸਾਨਾਂ ਦੇ ਨਾਲ ਖੜੇ ਹੋ 3 ਵਾਰੀ ਸਟੇਟਮੈਂਟ ਕਿਉਂ? ਪਹਿਲੇ ਵਾਰੀ ਸਰਬਦਲ ਮੀਟਿੰਗ ਦੇ ਵਿੱਚ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ, ਜਦੋਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇੱਕ ਸੁਰ ਬੋਲ ਰਹੀਆਂ ਸੀ ਕਿ ਅਸੀਂ ਇਸ ਬਿੱਲ ਨੂੰ ਮਨਜ਼ੂਰ ਨਹੀਂ ਹੋਣ ਦੇਵਾਂਗੇ। ਉੱਥੇ ਅਕਾਲੀ ਦਲ ਨੇ ਆਪਦਾ ਸਟੈਂਡ ਸਪਸ਼ਟ ਨਹੀਂ ਕੀਤਾ। ਉਸ ਤੋਂ ਬਾਅਦ ਬਾਦਲ ਸਾਹਿਬ ਬਿਆਨ ਦੇ ਦਿੰਦੇ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ, ਤੇ ਹੁਣ ਜਾ ਕੇ ਜਦੋਂ ਕਿਸਾਨ ਵਿਰੋਧ ਕਰਦੇ ਆ ਤਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਨਾਲ ਆ, ਤੇ ਉਹ ਤੁਹਾਡਾ ਆਪੇ ਅੱਜ ਝੂਠ ਲੋਕਾਂ ਦੇ ਸਾਹਮਣੇ ਆ ਗਿਆ। ਜਦੋਂ ਬਿੱਲ ਟੇਬਲ ਹੋਣ ਲੱਗਿਆ ਸੀ, ਮੇਰਾ ਤਾਂ ਸਵਾਲ ਹੈ ਕਿ ਉੱਥੇ ਕਿਉਂ ਨਹੀਂ ਸੀ? ਦੇਖਦੇ ਸੀ ਸਵਾਲਾਂ ਦਾ ਜਵਾਬ ਤਾਂ ਦੇਣ ਦਿਓ ਨਾ ਕਿ ਸੁਰਿੰਦਰ ਜੀ, ਮੈਨੂੰ ਸਵਾਲਾਂ ਦਾ ਜਵਾਬ ਚਾਹੀਦਾ। ਜੋ ਰਾਣਾ ਸਾਹਿਬ ਬੋਲ ਰਹੇ ਨੇ ਉਹ ਸਿਰਫ ਰਾਣਾ ਸਾਹਿਬ ਨਹੀਂ ਪੁੱਛ ਰਹੇ, ਉਹ ਪੂਰੀ ਦੁਨੀਆ ਇਸ ਸਮੇਂ ਪੁੱਛ ਰਹੀ ਹੈ, ਪੂਰੇ ਕਿਸਾਨ ਜਥੇਬੰਦੀਆਂ ਪੁੱਛ ਰਹੀਆਂ ਨੇ। ਇੱਕ ਮੈਨੂੰ ਸਪਸ਼ਟ ਇੱਕ ਆਨਸਰ ਦਿਓ ਤੁਸੀਂ। ਦੇਖੋ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ, ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਵਾਸਤੇ ਕਿਸਾਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜਾ ਔਰ ਖੜਾ ਰਹੂਗਾ। ਸਿਰਫ ਕਹਿਣ ਨਾਲ ਨਹੀਂ ਹੁੰਦਾ ਸੁਰਿੰਦਰ ਜੀ, ਕਿ ਸਿਰਫ ਕਹਿਣ ਨਾਲ ਨਹੀਂ ਹੁੰਦਾ ਕਿ ਤੁਸੀਂ ਕਹਿ ਦਿੱਤਾ ਉਹਨਾਂ ਨੇ ਮੰਨ ਲਿਆ। ਉਹਨੂੰ ਇੱਕ ਕਾਰਜ ਵੀ ਕਰਨਾ ਪੈਂਦਾ, ਉਹਨੂੰ ਅਮਲੀ ਜਾਮਾ ਵੀ ਪਹਿਨਾਉਣਾ ਪੈਂਦਾ, ਉਹਨੂੰ ਅਸਲੀ ਰੂਪ ਵੀ ਦੇਣਾ ਪੈਂਦਾ, ਜੋ ਕਿ ਇੱਥੇ ਵਿਖਾਈ ਨਹੀਂ ਦੇ ਰਿਹਾ। ਕਿਉਂਕਿ 2022 ਦੀਆਂ ਚੋਣਾਂ ਸਿਰ ਤੇ ਨੇ, ਪਰ ਕਿਸਾਨਾਂ ਦਾ ਜਿਹੜਾ ਇਸ ਸਮੇਂ ਦਬਦਬਾ ਜਿਹੜਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਕਿਸਾਨ ਆਮਦਾਤਾ ਜਿਹੜਾ ਹੈਗਾ ਇਸ ਸਮੇਂ ਮਾਯੂਸ ਵਿਖਾਈ ਦੇ ਰਿਹਾ ਹੈ। ਸੜਕਾਂ ਤੇ ਕਿਸਾਨ ਦਾ ਹਜੂਮ ਜਿਹੜਾ ਹੈ ਉਹ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਔਰ ਤੁਹਾਨੂੰ ਇਹ ਦੱਸਦਾ ਕਿ ਇੱਕਦਮ ਇਹ ਹਜੂਮ ਜਿਹੜਾ ਵਿਖਾਈ ਨਹੀਂ ਦਿੰਦਾ, ਇਹ ਹਜੂਮ ਉਸ ਸਮੇਂ ਨਜ਼ਰ ਆਉਂਦਾ ਹੈ ਜਦੋਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ। ਰਾਣਾ ਸਾਹਿਬ, ਤੁਹਾਡੇ ਤੋਂ ਸਾਫ਼ ਜਾਣਨਾ ਚਾਹਾਂਗਾ ਕਿ ਇੱਕ ਵਾਰ ਫਿਰ ਜਦੋਂ ਕਿਸਾਨ ਇਸ ਸਮੇਂ ਸੜਕਾਂ ਤੇ ਵਿਖਾਈ ਦੇ ਰਹੇ ਨੇ, ਤਾਂ ਤੁਹਾਨੂੰ ਲੱਗਦਾ ਹੈ ਕਿ ਇਸ ਚੋਣ ਦਾ ਅਸਰ ਸਰਕਾਰ ਤੇ ਵਿਖਾਈ ਦੇਵੇਗਾ ਜਾਂ ਫਿਰ ਸਰਕਾਰ ਇਸ ਨੂੰ ਸਿਰਫ ਅਤੇ ਸਿਰਫ ਨਜ਼ਰਅੰਦਾਜ਼ ਕਰੇਗੀ? ਜਿੱਥੋਂ ਤੱਕ ਗੱਲ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੀਜ਼ ਦੇ ਵਿੱਚ ਕਲੀਅਰ ਆ, ਲੋਕਾਂ ਦੇ ਕਿਸਾਨਾਂ ਦੇ ਹੱਕ ਵਿੱਚ ਖੜਾ। ਤਾਂ ਇਹਨਾਂ ਨੂੰ ਇਸ ਵਾਕਆਊਟ ਅੱਜ ਕਰ ਜਾਣਾ ਚਾਹੀਦਾ ਸੀ, ਚਾਹੇ ਉਹ ਬਿੱਲ ਟੇਬਲ ਹੁੰਦਾ ਜਾਂ ਦੂਸਰੀ ਗੱਲ। ਜਿੱਥੋਂ ਤੱਕ ਤੁਸੀਂ ਆ ਕੇ ਕਾਂਗਰਸ ਪਾਰਟੀ ਅਖੀਰਲੇ ਸਮੇਂ ਤੱਕ ਆਪਦੀ ਲੜਾਈ ਲੜੂਗੀ, ਇਸ ਬਿੱਲ ਨੂੰ ਮਨਜ਼ੂਰ ਨਹੀਂ ਹੋਣ ਦਿੱਤਾ ਜਾਊਗਾ, ਕਿਉਂਕਿ ਇਹ ਜਿਹੜਾ ਈਸਟ ਇੰਡੀਆ ਕੰਪਨੀ ਲਿਆ ਰਹੀ ਹੈ ਤੇ ਪ੍ਰਾਈਵੇਟ ਅਦਾਰਿਆਂ ਨੂੰ ਹੱਕ ਦੇਣ ਦੀਆਂ ਗੱਲਾਂ, ਇਸ ਨੂੰ ਕਦੇ ਵੀ ਕਾਂਗਰਸ ਪਾਰਟੀ ਕਰੂਗੀ। ਤੇ ਚਾਹੇ ਇਸ ਲਈ ਸਾਨੂੰ ਸੜਕਾਂ ਤੇ ਉਤਰਨਾ ਪਵੇ, ਚਾਹੇ ਇਸ ਲਈ ਆਪਣੀਆਂ ਜਾਨਾਂ ਦੇਣ, ਕੁਰਬਾਨੀ ਹੁਣ ਕਾਂਗਰਸ ਪਾਰਟੀ ਕਰਕੇ ਦਿਖਾਊਗੀ। ਸਿਰਫ ਸ਼ਬਦ ਕਹਿਣ ਨਾਲ ਨਹੀਂ ਕਿ ਕੁਰਬਾਨੀ ਦੇਣ ਨੂੰ ਤਿਆਰ ਹੈ। ਜਦੋਂ ਪੰਥ ਖਤਰੇ 'ਚ ਆਇਆ, ਇਹਨਾਂ ਨੇ ਗੱਲਾਂ ਕੀਤੀਆਂ ਕੁਰਬਾਨੀ ਦਿੰਦੇ ਆ। ਕਿਹੜੀ ਕੁਰਬਾਨੀ ਦਿੱਤੀ ਅੱਜ ਤੱਕ? ਬਾਦਲ ਪਰਿਵਾਰ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕੁਰਬਾਨੀ ਕੀ ਆ?
ਇਹ ਉਦੋਂ ਬਾਹਰ ਆਉਂਦੇ ਆ ਜਦੋਂ ਇਹਨਾਂ ਦੀ ਕੁਰਸੀ ਖਤਰੇ 'ਚ ਹੁੰਦੀ ਆ ਜਾਂ ਸੁਖਬੀਰ ਸਿੰਘ ਬਾਦਲ ਖਤਰੇ ਦੇ 'ਚ ਹੁੰਦੇ ਆ। ਸੁਰਿੰਦਰ ਸਿੰਘ ਜੀ ਸਵਾਲ ਫਿਰ ਇੱਕ ਵਾਰ ਲਿਖੇ ਤੁਹਾਡੇ ਸਾਰੇ ਨੇ। ਭੁਪਿੰਦਰ ਸਿੰਘ ਜੀ, ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਆ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ, ਔਰ ਜਿੰਨੇ ਕਿਸਾਨੀ ਦੇ ਹੱਕ ਦੇ ਵਾਅਦੇ ਕੰਮ ਫੋਕਲ ਪੁਆਇੰਟ ਬਣਾਏ, ਔਰ ਕਿਸਾਨਾਂ ਦੇ ਜਿਵੇਂ ਮੈਂ ਦੱਸਿਆ ਬਿੱਲ ਮਾਫ ਕੀਤੇ, ਮਾਲੀਆ ਮਾਫ ਕੀਤਾ ਕਿਸਾਨਾਂ ਦਾ, ਇੰਪਲੀਮੈਂਟ ਤੇ ਉਹਨਾਂ ਨੂੰ ਸਬਸਿਡੀਆਂ ਦਿੱਤੀਆਂ, ਦਵਾਈਆਂ ਦੇ ਵਿੱਚ ਸਬਸਿਡੀਆਂ ਦਿੱਤੀਆਂ, ਔਰ ਕਿਸਾਨਾਂ ਨੂੰ ਜਿਹੜੇ ਕਿਸਾਨ ਜਿੱਥੇ ਉਹਨਾਂ ਦੀ ਮਾਲਕੀ ਦੀ ਸੀ ਜ਼ਮੀਨਾਂ ਦੀ, ਉਹਨਾਂ ਦੀਆਂ ਮਾਲਕੀਆਂ ਕਿਸਾਨਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਵਾਈਆਂ। ਤੇ ਜਿਹੜੇ ਆਪਣਾ ਮੈਂ ਇਹਨਾਂ ਨੂੰ ਜਿੱਥੇ ਰਾਣਾ ਜੀ ਨੂੰ ਪੁੱਛ ਰਿਹਾ ਸੀ, ਇਹਨਾਂ ਦਾ ਆਪੋਜੀਸ਼ਨ ਦਾ ਲੀਡਰ ਚਰਨਜੀਤ ਸਿੰਘ ਨੇ ਵਿਧਾਨ ਸਭਾ ਸਰਬਜੀਤ ਸਿੰਘ ਬਾਦਲ ਨੇ ਪੁੱਛਿਆ ਕਿ 5 ਕੰਮ ਬਣਾ ਦਿਓ ਤੁਸੀਂ ਕਿਹੜੇ ਪੰਜਾਬ ਦੇ ਵਿੱਚ ਕੀਤੇ ਆ, ਤੇ ਚੰਨੀ ਜੀ ਨੇ ਕਿਹਾ ਕਿ ਅਸੀਂ ਪੈਚ ਲਾਏ ਸੜਕਾਂ 'ਚ ਪੈਚ, ਆਹ ਕੰਮ ਕੀਤੇ ਨੇ ਕਾਂਗਰਸ ਸਰਕਾਰ ਨੇ, ਅਸੀਂ ਅੱਗੇ ਵੀ ਕਿਸਾਨਾਂ ਦੇ ਨਹੀਂ ਆ ਤੇ ਗਾਂ ਵੀ ਕਿਸਾਨੀ ਦੇ ਖੜੇ ਰਵਾਂਗੇ। ਰਾਣਾ ਸਾਹਿਬ ਇਹ ਨਹੀਂ ਰਾਣਾ ਸਾਹਿਬ ਇਹ ਤਾਂ ਮੰਨਣਾ ਪਏਗਾ ਜਦੋਂ ਤੁਸੀਂ ਵਿਰੋਧੀ ਧਿਰ 'ਚ ਸੀਗੇ ਉਦੋਂ ਚੰਨੀ ਜਿਹੜੇ ਸੀਗੇ ਚਰਨਜੀਤ ਸਿੰਘ ਚੰਨੀ ਨੇ ਜਵਾਬ ਨਹੀਂ ਦੇ ਪਾਏ ਸੀ, ਉਸ ਸਮੇਂ ਦਾ ਜਵਾਬ ਨਹੀਂ ਦੇ ਪਾਏ ਸੀ, ਇਹ ਤਾਂ ਤੁਹਾਨੂੰ ਮੰਨਣਾ ਪਏਗਾ। ਤੁਸੀਂ ਅੱਜ ਦੇ ਰਹੇ ਹੋ ਨਾ ਮੈਂ ਕਿਹਾ ਜੀ ਅੱਜ ਦੇ ਰਹੇ ਹੋ ਤੁਸੀਂ ਨਾ ਜਵਾਬ। 9 ਸਾਲ 5 ਸਾਲ ਕੈਪਟਨ ਸਿੰਘ ਮੁੱਖ ਮੰਤਰੀ ਰਹੇ, 5 ਸਾਲ ਮੁੱਖ ਮੰਤਰੀ ਕੈਪਟਨ ਸਿੰਘ ਰਹੇ 2019 ਤੱਕ, 4 ਸਾਲ ਹੋ ਗਏ। ਮੈਂ ਕਿਹਾ ਬਲਬ ਜਗਾਉਣ ਤੱਕ ਬਿਜਲੀ ਪੈਦਾ ਕੀਤੀ, ਇੱਕ ਬਲਬ ਜਗਾਉਣ ਤੱਕ ਬਿਜਲੀ ਪੰਜਾਬ 'ਚ ਪੈਦਾ ਕੀਤੀ। ਸਿੰਘ ਜੀ ਮੈਂ ਜਿਹੜਾ ਸਵਾਲ ਮੈਂ ਰਾਣਾ ਸਾਹਿਬ ਤੋਂ ਵੀ ਪੁੱਛਿਆ ਸੀ ਉਹ ਮੈਂ ਤੁਹਾਡੇ ਤੋਂ ਵੀ ਪੁੱਛ ਰਿਹਾ, ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਦੇ ਇਸ ਸ਼ੋਰ ਦਾ ਆਵਾਜ਼ ਜਿਹੜੀ ਹੈ, ਸ਼ੋਰ ਦਾ ਅਸਰ ਜਿਹੜਾ ਹੈ ਮੋਦੀ ਸਰਕਾਰ ਤੇ ਵਿਖਾਈ ਦੇਵੇਗਾ? ਕਿਉਂਕਿ ਮੋਦੀ ਸਰਕਾਰ ਦਾ ਰਿਕਾਰਡ ਰਿਹਾ ਹੈ, ਉਹਨਾਂ ਨੇ ਲੋਕਾਂ ਦੀਆਂ ਗੱਲਾਂ ਸੁਣੀਆਂ ਅਣਸੁਣੀਆਂ ਹੀ ਕੀਤੀਆਂ ਨੇ, ਜੋ ਕੀਤਾ ਉਹਨਾਂ ਨੇ ਆਪਣੇ ਦਮ ਤੇ ਉਹ ਕਰਕੇ ਵਿਖਾ ਦਿੱਤਾ ਕਿ ਅਸੀਂ ਜੋ ਟੇਬਲ ਤੇ ਲੈ ਕੇ ਆਇਆ ਉਸ ਨੂੰ ਅਸੀਂ ਪਾਸ ਕਰਕੇ ਦਿਖਾਵਾਂਗੇ। ਉਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ, ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਇਸ ਨੂੰ ਨਜ਼ਰਅੰਦਾਜ਼ ਕਰੇਗੀ ਜਾਂ ਫਿਰ ਕਿਸਾਨਾਂ ਦੀ ਗੱਲ ਸੁਣੇਗੀ? ਸੁਰਿੰਦਰ ਸਿੰਘ ਜੀ। ਹਾਂਜੀ, ਅਸੀਂ ਤਾਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦਾ ਤਹਿਸੀਲ ਰਿਹਾ, ਅੱਜ ਵੀ ਕਿਸਾਨਾਂ ਦਾ ਨਾਲ ਖੜਾ ਹੈ ਸ਼੍ਰੋਮਣੀ ਅਕਾਲੀ ਦਲ। ਹੁਣ ਤਾਂ ਮੈਂ ਸ਼੍ਰੋਮਣੀ ਅਸੀਂ ਕਿਸਾਨਾਂ ਦੀ ਖਾਤਰ ਹੁਣ ਤਾਂ ਸੁਰਿੰਦਰ ਸਿੰਘ ਜੀ ਮੈਂ ਨਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਿਹਾ ਨਾ ਮੈਂ ਕਾਂਗਰਸ ਦੀ ਗੱਲ ਕਰ ਰਿਹਾ। ਮੈਂ ਸਿੰਪਲ ਇੱਕ ਸਵਾਲ ਜਿਹੜਾ ਪੁੱਛਿਆ ਉਹ ਇਹ ਹੈਗਾ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਇਸ ਸਮੇਂ ਨੇ ਸੜਕਾਂ ਤੇ ਨੇ ਕਿਸਾਨਾਂ ਦਾ ਜਿਹੜਾ ਸ਼ੋਰ ਹੈਗਾ, ਕਿਸਾਨਾਂ ਦੀ ਜਿਹੜੀ ਆਵਾਜ਼ ਹੈਗੀ ਹੈ ਉਹ ਮੋਦੀ ਸਰਕਾਰ ਦੇ ਕੰਨਾਂ ਤੱਕ ਜਾਏਗੀ? ਆਰਡੀਨੈਂਸ ਜਿਹੜਾ ਟੇਬਲ ਤੇ ਹੋ ਲਿਆਂਦਾ ਜਾ ਚੁੱਕਿਆ ਹੈ, ਇਸ ਨੂੰ ਕੀ ਵਾਪਸ ਲਿਆ ਜਾਏਗਾ ਜਾਂ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਏਗਾ? ਕਿਉਂਕਿ ਮੋਦੀ ਸਰਕਾਰ ਹਮੇਸ਼ਾ ਆਪਣਾ ਜਿਹੜੀ ਗੱਲ ਹੈ ਉਹ ਮਨਵਾਉਂਦੇ ਰਹੀ ਹੈ, ਉਹ ਮਨਵਾਉਂਦੀ ਰਹੀ ਹੈ। ਤੁਹਾਨੂੰ ਕੀ ਲੱਗਦਾ ਮੋਦੀ ਸਰਕਾਰ ਇਸ ਦੇ ਉੱਤੇ ਕੀ ਅਗਲਾ ਸਟੈਪ ਚੁੱਕੇਗੀ? ਕੀ ਇਹ ਨਜ਼ਰਅੰਦਾਜ਼ ਕਰੇਗੀ ਕਿਸਾਨਾਂ ਦੇ ਸ਼ੋਰ ਨੂੰ? ਸ਼੍ਰੋਮਣੀ ਅਕਾਲੀ ਦਲ ਇਸ ਬਿੱਲ ਨੂੰ ਵਾਪਸ ਕਰਾਉਣ ਵਾਸਤੇ ਜਦੋਜਹਿਦ ਕਰੇਗਾ। ਮੈਂ ਮੋਦੀ ਸਰਕਾਰ ਦੀ ਗੱਲ ਕਰ ਰਿਹਾ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ। ਮੈਂ ਇਹ ਜਾਣਨਾ ਚਾਹੁੰਦਾ ਕੀ ਕਦਮ ਚੁੱਕੇਗੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਾਰਟੀ ਵੀ ਗੱਲ ਸੁਣ ਲੈਂਦੇ ਆ। ਸ਼੍ਰੋਮਣੀ ਅਕਾਲੀ ਦਲ ਜਿਹੜੇ ਵਿਰੋਧ ਕਰ ਗਿਆ, ਕੀ ਉਸ ਵਿਰੋਧ ਦਾ ਅਸਰ ਮੋਦੀ ਸਰਕਾਰ ਤੇ ਕੰਨਾਂ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ? ਜ਼ਰੂਰ ਪਹੁੰਚੇਗਾ, ਜ਼ਰੂਰ ਪਹੁੰਚੇਗਾ। ਕਦੋਂ ਤੱਕ? ਉਹ ਤਾਂ ਹੁਣ ਟੇਬਲ ਤੇ ਲਿਆਂਦਾ ਜਾ ਚੁੱਕਿਆ ਹੈ। ਹਾਲੇ ਕਿਹੜਾ ਪਾਸ ਹੋ ਗਿਆ? ਹਾਲੇ ਕੋਈ ਪਾਸ ਤਾਂ ਨਹੀਂ ਹੋਇਆ। ਅਸੀਂ ਉਹ ਵਾਪਸ ਕਰਨ ਵਾਸਤੇ ਜਦੋਜਹਿਦ ਕਰ ਰਹੇ ਹਾਂ। ਪਾਸ ਤੋਂ ਵੀ ਕਿੰਨੀ ਦੂਰ ਰਹਿ ਗਿਆ ਜੀ? ਪਾਸ ਦੇ ਤਾਂ ਬਿਲਕੁਲ ਨੇੜੇ ਆ ਗਿਆ ਉਹ। ਕੋਈ ਨਹੀਂ, ਆਪ ਵਾਪਸ ਜਾਈ ਤੇ ਆਪਣੀ ਤੇ ਜਦੋਜਹਿਦ ਸਾਡੀ ਜਾਰੀ ਆ। ਠੀਕ ਹੈ ਰਾਣਾ ਬਲਜੀਤ ਸਾਹਿਬ, ਤੁਹਾਨੂੰ ਲੱਗਦਾ ਹੈ ਦਮ ਹੈਗਾ ਸੁਰਿੰਦਰ ਸਿੰਘ ਜੀ? ਗੱਲ ਸੁਣੋ ਜੀ, ਜਿੱਥੋਂ ਤੱਕ ਮੈਂ ਗੱਲ ਕਰਦਾ, ਬਿਲਕੁਲ ਜੇ ਇਹਨਾਂ ਦੀ ਗੱਲ ਉਹਨਾਂ ਨੇ ਮੰਨਣੀ ਹੁੰਦੀ ਤਾਂ ਇਹਨਾਂ ਦੀ ਗੱਲ ਤੇ ਪਹਿਲਾਂ ਹੀ ਉਹ ਗੌਰ ਕਰ ਲੈਂਦੇ, ਪਰ ਇਹਨਾਂ ਦੇ ਜਿਹੜੇ ਵਾਰ-ਵਾਰ ਯੂ ਟਰਨ ਲਏ ਜਾ ਰਹੇ ਉਸ ਤੋਂ ਸਿੱਧਾ ਸਪਸ਼ਟ ਹੈ ਕਿ ਮੋਦੀ ਸਰਕਾਰ ਇਹਨਾਂ ਦੀ ਬਿਲਕੁਲ ਸੁਣਵਾਈ ਨਹੀਂ ਕਰੂਗੀ। ਇਹਨਾਂ ਨੂੰ ਉਹਨਾਂ ਨੇ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਮਾਰਿਆ, ਕਿਉਂਕਿ ਇਹਨਾਂ ਦੀ 2 MP ਸ਼੍ਰੋਮਣੀ ਅਕਾਲੀ ਦਲ ਦੇ ਦੋਨੇ ਟੱਬਰ ਦੇ ਆ, ਦੋਨੇ ਕੁਰਸੀ ਦੀ ਲਾਲਸਾ ਇਹਨਾਂ ਦੇ ਵਿੱਚ, ਸੋ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਊਗੀ। ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਕਰਦੇ ਹੋ, ਕਾਂਗਰਸ ਪਾਰਟੀ ਅਖੀਰਲੇ ਦਮ ਤੱਕ ਇਸ ਬਿੱਲ ਨੂੰ ਨਾ ਲਾਗੂ ਹੋਣ ਤੱਕ ਲੜਾਈ ਲੜੂਗੀ। ਦੋਨੋਂ ਹੀ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਆਖਿਰ ਦਮ ਤੱਕ ਲੜਾਈ ਲੜਾਂਗੇ। ਕਿਉਂ ਨਹੀਂ ਹੋ ਜਾਂਦਾ ਫਿਰ? ਮੈਂ ਕਹਿੰਦਾ ਜੀ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂ ਚਾਹੀਦਾ ਸੀ ਜਦੋਂ ਉਹਨਾਂ ਦੀ 6 ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਆ, ਉਸ ਵੇਲੇ ਉੱਥੇ ਹੀ ਉਹਦਾ ਵਿਰੋਧ ਕਰਕੇ ਆਉਂਦੇ, ਉਸ ਵੇਲੇ ਹੱਕ ਚ ਕਰਕੇ ਆਏ ਆ। ਮੈਂ ਪਹਿਲੇ ਵੀ ਦੱਸ ਚੁੱਕਾ ਕਿ ਮਨਪ੍ਰੀਤ ਖਜ਼ਾਨਾ ਮੰਤਰੀ ਜੀ ਬੰਬੇ ਦੇ ਵਿੱਚ ਜਾ ਕੇ ਉਹਦੇ ਹੱਕ ਦੇ ਵਿੱਚ ਗੱਲ ਕਰਕੇ ਆਏ ਆ।
ਅੱਜ ਕਿਸਾਨਾਂ ਨੂੰ ਮੂਰਖ ਬਣਾ ਰਹੇ ਆ ਔਰ ਕਾਂਗਰਸ ਪਾਰਟੀ ਦੀ ਫਿਦਰਤ ਰਹੀ ਆ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਦੇ ਰਹੇ ਆ ਔਰ ਇਹਨਾਂ ਲੋਕਾਂ ਤੇ ਕਦੀ ਵੀ ਲੋਕ ਗਾਂ ਵਿਸ਼ਵਾਸ ਨਹੀਂ ਕਰਨਗੇ ਪੰਜਾਬ ਦੇ ਲੋਕ ਕਾਂਗਰਸ ਤੇ ਕਦੀ ਵਿਸ਼ਵਾਸ ਨਹੀਂ ਕਰਨਗੇ ਠੀਕ ਹੈ ਰਾਣਾ ਸਾਹਿਬ ਸਵਾਮੀਨਾਥਨ ਕਮਿਸ਼ਨ ਦੇ ਨਾਂ ਤੇ ਕਿਸਾਨਾਂ ਤੋਂ ਵੋਟ ਵੀ ਹਾਸਲ ਕਰ ਲਿਆ ਜਾਂਦਾ ਤੇ ਫਿਰ ਚੋਣਾਂ ਜਿੱਤਣ ਤੋਂ ਬਾਅਦ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਵੀ ਨਹੀਂ ਕੀਤਾ ਜਾਂਦਾ ਪਰ ਅਤੇ ਉਸ ਤੋਂ ਬਾਅਦ 3 ਇਸ ਤਰ੍ਹਾਂ ਦੇ ਆਰਡੀਨੈਂਸ ਲੈ ਕੇ ਆਉਂਦੇ ਨੇ ਲੈ ਕੇ ਆਏ ਜਾਂਦੇ ਨੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਕਿਸਾਨਾਂ ਦਾ ਰੋਸ ਤਾਂ ਵਾਜਿਬ ਹੈ ਤੁਹਾਨੂੰ ਨਹੀਂ ਲੱਗਦਾ ਬਿਲਕੁਲ ਜਦੋਂ ਕਿਸਾਨਾਂ ਦੇ ਨਾਲ ਦੇਖੋ ਤੁਸੀਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਕਿਸਾਨਾਂ ਦੇ ਨਾਲ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਉਹ ਇਹਨਾਂ ਨੇ ਕਿਸਾਨਾਂ ਦੀਆਂ ਵੋਟਾਂ ਕਹਿ ਕੇ ਲਈਆਂ ਕਿ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ ਉਹ ਨਹੀਂ ਗਈ ਉਸ ਤੋਂ ਬਾਅਦ ਐਮਐਸਪੀ ਦੀ ਇਹਨਾਂ ਨੇ ਗੱਲ ਕੀਤੀ ਐਮਐਸਪੀ ਅੱਜ ਹੁਣ ਦੇਖ ਲਓ ਇਹ ਕਾਨੂੰਨ ਲਿਆ ਕੇ ਖਤਮ ਕਰਨ ਦੀ ਗੱਲ ਕਰ ਰਿਹਾ ਏਪੀਐਮਸੀ ਦੀ ਉਹਨਾਂ ਦੀ ਗੱਲ ਕਰ ਰਿਹਾ ਸੋ ਜਿੱਥੋਂ ਤੱਕ ਗੱਲ ਹੈ ਟੋਟਲੀ ਕਿਸਾਨੀ ਨੂੰ ਖਤਮ ਕਰਨ ਦੀਆਂ ਗੱਲਾਂ ਇਹ ਜਿਹੜੀ ਇੱਕ ਗ੍ਰੀਨ ਰੈਵੋਲੂਸ਼ਨ ਆ ਉਹਨੂੰ ਖਤਮ ਕਰਨ ਦੀ ਗੱਲ ਹੈ ਪਰ ਕਾਂਗਰਸ ਪਾਰਟੀ ਇਹਨਾਂ ਦੇ ਮਨਸੂਬਿਆਂ ਨੂੰ ਇਹਨਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤੀ ਜਾਊਗੀ ਦੇਖੋ ਛੋਟੀ ਜੀ ਗੱਲ ਹੈ ਭਲਿੰਦਰ ਜੀ ਫਿਰ ਗੱਲ ਆਪਾਂ ਆਊਟ ਆਫ ਟਰੈਕ ਹੋ ਜਾਾਂਗੇ ਇਹਨਾਂ ਦੀ ਗੱਲ ਕਰਦੇ ਕਿ ਲੜਾਈਆਂ ਲੜੀਆਂ ਜਦੋਂ ਐਨਪੀਆਰ ਦੀ ਗੱਲ ਆਉਂਦੀ ਆ ਹੱਕ 'ਚ ਵੋਟ ਪਾ ਕੇ ਆਉਂਦੇ ਆ ਪੰਜਾਬ ਦੇ ਵਿੱਚ ਆ ਕੇ ਕਹਿ ਦਿੰਦੇ ਆ ਜੀ ਅਸੀਂ ਤਾਂ ਵਿਰੋਧ ਕਰਦੇ ਆ ਉਸ ਤੋਂ ਬਾਅਦ ਆ ਜਾਂਦੀ ਆ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਇਹ ਕਹਿੰਦੇ ਨੇ ਨਾ ਵੀ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਆ ਫਿਰ ਇਹ ਗੱਲ ਕਰਦੇ ਆ ਕਿ ਪੰਜਾਬੀ ਬੋਲੀ ਲਈ ਅਸੀਂ ਹਰੇਕ ਥਾਂ ਤੇ ਕੁਰਬਾਨੀ ਦੇਵਾਂਗੇ ਫਿਰ ਉੱਥੇ ਕਸ਼ਮੀਰ ਦੇ ਵਿੱਚ ਬੋਲੀ ਲਾਗੂ ਕਰਨ ਦੀ ਗੱਲ ਹੁੰਦੀ ਆ ਉਹ ਕਾਲਾ ਕਾਨੂੰਨ ਆ ਜਾਂਦਾ ਉਹਦੇ ਹੱਕ ਦੇ ਵਿੱਚ ਭੁਗਤ ਕੇ ਫਿਰ ਹੁਣ ਇੱਥੇ ਕਿਸਾਨਾਂ ਨੂੰ ਵੀ ਤੁਸੀਂ ਦੇਖੋ ਆਪਦੀ ਕੁਰਸੀ ਲਈ ਆਪਦੀ ਲਾਲਸਾ ਲਈ ਇਹ ਬਿੱਲ ਲਾਗੂ ਹੋਊਗਾ ਸਿਰਫ ਤੇ ਸਿਰਫ ਕੁਰਸੀ ਬਚਾਉਣ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ 3 ਪੱਖ ਰਹਿੰਦੇ ਸੀ ਇਹਨਾਂ ਤੋਂ ਵੋਟ ਲੈਂਦੇ ਸੀ ਉਹ ਇਹਨਾਂ ਨੇ ਪਿੱਠ 'ਚ ਛੁਰਾ ਮਾਰਿਆ ਸਿੱਖੀ ਦੇ ਨਾਂ ਤੇ ਵੋਟ ਲੈਂਦੇ ਸੀ ਉਹ ਇਹਨਾਂ ਨੇ ਪਿੱਠ 'ਚ ਛੁਰਾ ਮਾਰਿਆ ਪੰਜਾਬ ਦੇ ਲੋਕ ਇਹਨਾਂ ਦੀਆਂ ਜਦੋਂ ਸਮਝ ਗਏ ਤੇ ਕਾਂਗਰਸ ਪਾਰਟੀ ਜਿੱਥੋਂ ਤੱਕ ਗੱਲ ਕਰਦੇ ਅਖੀਰਲੇ ਦਮ ਤੱਕ ਲੜਾਈ ਲੜੂਗੀ ਬਾਕੀ ਗੁਰੂ ਪਰਮਾਤਮਾ ਦੀ ਮਿਹਰ ਹੋਣੀ ਚਾਹੀਦੀ ਹੈ ਕਹਿ ਦਿੰਦੇ ਜਿਹੜੇ ਇੱਕ ਜੰਗਲ ਦੇ ਵਿੱਚ ਅੱਗ ਬੁਝਾਉਣ ਲਈ ਥੋੜੇ ਜਿਹੇ ਪਾਣੀ ਦੀ ਲੋੜ ਹੁੰਦੀ ਹੈ ਪਰ ਉਹ ਪਰਾਂ ਥੋੜਾ ਫਿਰ ਹੀ ਬੁਝਾ ਸਕਦਾ ਪਰ ਉਹਦੀ ਗਿਣਤੀ ਜ਼ਰੂਰ ਹੁੰਦੀ ਹੈ ਕਿ ਕੋਸ਼ਿਸ਼ ਕੀਤੀ ਸੀ ਕਾਂਗਰਸ ਪਾਰਟੀ ਦੇ ਇਸ ਐਫਰਟ ਨੂੰ ਪੰਜਾਬ ਦੇ ਲੋਕ ਤੇ ਪੰਜਾਬ ਦੇ ਕਿਸਾਨ ਜ਼ਰੂਰ ਯਾਦ ਰੱਖਣਗੇ ਠੀਕ ਹੈ ਸੁਰਿੰਦਰ ਸਿੰਘ ਜੀ ਗੱਲ ਦੱਸੋ ਕਿ ਇਸ ਪੂਰੇ ਆਰਡੀਨੈਂਸ ਦੇ ਜ਼ਰੀਏ ਅਤੇ ਜੋ ਸ਼ਾਂਤਾ ਕੁਮਾਰ ਕਮੇਟੀ ਨੇ ਸੁਝਾਅ ਦਿੱਤਾ ਸੀਗਾ ਔਰ ਇਸ ਤੋਂ ਇਲਾਵਾ 2015 ਵਿੱਚ ਜਿਹੜਾ ਆਰਡੀਨੈਂਸ ਉਦੋਂ ਲਿਆਂਦਾ ਗਿਆ ਸੀਗਾ ਉਸ ਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਕਿੰਨਾ ਕੁ ਫਰਕ ਲੱਗਦਾ ਹੈਗਾ ਕਿਉਂਕਿ ਲਗਾਤਾਰ ਇਹ ਗੱਲ ਸੂਬਿਆਂ ਤੇ ਛੱਡਣ ਦੀ ਗੱਲ ਆ ਰਹੀ ਹੈ ਕਿ ਜਿਹੜਾ ਖਰੀਦ ਪ੍ਰਕਿਰਿਆ ਹੈਗੀ ਹੈ ਸੂਬੇ ਤੇ ਛੱਡ ਦੇਣੀ ਚਾਹੀਦੀ ਹੈ ਐਮਐਸਪੀ ਸੂਬਾ ਦੇਖੇ ਤਾਂ ਫਿਰ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਮਾੜੀ ਗੱਲ ਕੀ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਐਮਐਸਪੀ ਹੈਗੀ ਆ ਉਹ ਪੰਜਾਬ ਹਰਿਆਣਾ ਦੇ ਵਿੱਚ ਝੋਨਾ ਕਣਕ ਗੰਨੇ ਦੇ ਖਰੀਦ ਕੀਤੀ ਜਾਂਦੀ ਆ ਬਿਲਕੁਲ ਐਮਐਸਪੀ ਜਿਹੜੀ ਉਹ ਲਾਗੂ ਰਹਿਣੀ ਚਾਹੀਦੀ ਆ ਅਗਰ ਐਮਐਸਪੀ ਖਤਮ ਹੋ ਗਈ ਤੇ ਪੰਜਾਬ ਦਾ ਕਿਸਾਨ ਜਿਹੜਾ ਮੈਂ ਸਮਝਦਾ ਬਰਬਾਦੀ ਵੱਲ ਚੱਲ ਜਾਏਗਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਚੱਲ ਜਾਏਗਾ ਉਹ ਆਪਣੀ ਮਰਜ਼ੀ ਦੇ ਨਾਲ ਕਿਸਾਨ ਦੀ ਫਸਲ ਖਰੀਦਣਗੇ ਉਹਦੇ ਵਾਸਤੇ ਬਿਲਕੁਲ ਤਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਸਾਨਾਂ ਦੇ ਨਾਲ ਖੜਾ ਆ ਔਰ ਜਿੱਥੇ ਤੱਕ ਕਾਂਗਰਸ ਪਾਰਟੀ ਦਾ ਸਵਾਲ ਆ ਅੱਜ ਇਹ ਗੱਲ ਕਰ ਰਹੇ ਆ ਔਰ ਮੈਨੂੰ ਸ਼ਰਮ ਆਉਂਦੀ ਹੈ ਇਹਨਾਂ ਦੀ ਗੱਲਾਂ ਸੁਣ ਕੇ ਕਿ ਇੰਨਾ ਲੰਮਾ ਸਮਾਂ ਇਹਨਾਂ ਲੋਕਾਂ ਨੇ ਰਾਜ ਕੀਤਾ ਹੋਵੇ ਔਰ ਪੰਜਾਬ 'ਚ ਮੈਂ ਪਹਿਲਾਂ ਚੰਨੀ ਜੀ ਦੀ ਗੱਲ ਸੁਣਾ ਕੇ ਹਟਿਆ ਅੱਜ ਵੀ ਇਹ 4 ਸਾਲ ਦੇ ਸਮੇਂ 'ਚ 5 ਸਾਲ ਦਾ ਕੈਪਟਨ ਅਮਰਿੰਦਰ ਸਿੰਘ ਦਾ ਰਾਜ 2002 ਤੋਂ 7 ਤੱਕ ਰਿਹਾ 4 ਸਾਲ ਦਾ ਸਮਾਂ ਹੋਣ ਲੱਗ ਗਿਆ ਇੱਕ ਬਲਬ ਜਗਾਉਣ ਜੋਗੀ ਪੰਜਾਬ 'ਚ ਇਹਦੀ ਬਿਜਲੀ ਪੈਦਾ ਕੀਤੀ ਹੋਵੇ 10 ਦਿਨ ਇੱਕ ਵੀ ਹਾਈਵੇ ਨਹੀਂ ਮਨਜ਼ੂਰ ਕਰਾਇਆ ਹੋਵੇ 10 ਦਿਨ ਇੱਕ ਵੀ ਹਸਪੀਟਲ ਬਣਾਇਆ ਹੋਵੇ ਇੱਕ ਵੀ ਬ੍ਰਿਜ ਬਣਾਇਆ ਹੋਵੇ ਇੱਕ ਵੀ ਇੰਡਸਟਰੀ ਲਿਆਈ ਹੋਵੇ ਪੰਜਾਬ ਦੇ ਵਿੱਚ ਅੱਜ ਇੰਡਸਟਰੀ 'ਚ ਪਰ ਲਾ ਕੇ ਉੜੀ ਆ ਤੇ ਕਾਂਗਰਸ ਦੇ ਰਾਜ ਦੇ ਵਿੱਚ ਉੜੀ ਆ ਇਹ ਗੱਲਾਂ ਜਿਹੜੀਆਂ ਹੋ ਚੁੱਕੀਆਂ ਉਹਨਾਂ ਨੂੰ ਰਿਪੀਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਰਾਣਾ ਸਾਹਿਬ ਤੁਸੀਂ ਗੱਲ ਦੱਸੋ ਕਿ 2022 ਵਿੱਚ ਤੁਹਾਨੂੰ ਲੱਗਦਾ ਕਿ ਸੱਤਾ ਦੀ ਅਜਿਹੀ ਲਾਲਸਾ ਹੈਗੀ ਹੈ ਭਾਵੇਂ ਉਹ ਕਾਂਗਰਸ ਦੀ ਗੱਲ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਗੀ ਮੈਂ ਕਿਸੇ ਇੱਕ ਪਾਰਟੀ ਦੇ ਫੇਵਰ 'ਚ ਨਹੀਂ ਬੋਲ ਰਿਹਾ ਮੈਂ ਤੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਸੇ ਕਰਕੇ ਦੋਨਾਂ ਪਾਰਟੀਆਂ ਨੂੰ ਵੱਖ-ਵੱਖ ਆਪਣੀ ਇੱਕ ਨਜ਼ਰੀਆ ਪ੍ਰੋਗਰਾਮ 'ਚ ਲੈ ਕੇ ਆਇਆ ਰਾਣਾ ਸਾਹਿਬ ਇਹ ਇੱਕ ਸੱਤਾ ਦੀ ਲਾਲਸਾ ਨਹੀਂ ਹੈਗੀ ਕਿਉਂਕਿ ਕਿਸਾਨਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਕਿਸਾਨਾਂ ਦੀ ਜਿਹੜੀ ਵੋਟ ਹੈਗੀ ਸਿਰਫ ਆਪਣੇ ਵੱਲ ਖਿੱਚਣ ਦੇ ਲਈ ਹੀ ਅੱਜ ਜਿਹੜਾ ਹੈਗਾ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕੱਲ ਜਦੋਂ ਆਰਡੀਨੈਂਸ ਖਤਮ ਹੋ ਜਾਏਗਾ ਜਾਂ ਆਰਡੀਨੈਂਸ ਪਾਸ ਹੋਏਗਾ ਉਸ ਤੋਂ ਬਾਅਦ ਫਿਰ ਸਰਕਾਰਾਂ ਆਪਣੇ ਕੰਮ ਵਿੱਚ ਉਲਝ ਜਾਣਗੀਆਂ ਲੇਕਿਨ ਕਿਸਾਨ ਹੀ ਦਬੇਗਾ ਸਿਰਫ ਕਿਸਾਨ ਦਬੇਗਾ ਨਹੀਂ ਦੇਖੋ ਭਲਿੰਦਰ ਜੀ ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਕਾਂਗਰਸ ਪਾਰਟੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਆ ਕਿ ਇਹ ਜਿਹੜੀ ਲੜਾ ਬਿੱਲ ਪਾਸ ਕਰਨਾ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ ਬਿਲਕੁਲ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਲਈ ਲੜਾਈ ਲਈ ਤੇ ਲੜੂਗੀ
ਚਾਹੇ ਇਸ ਤੋਂ ਪਹਿਲਾਂ 2014 ਚ ਵੀ ਰਾਹੁਲ ਗਾਂਧੀ ਜੀ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਜਦੋਂ ਇਹਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਉਦੋਂ ਵੀ ਉੱਤੇ ਇਹਨਾਂ ਨੂੰ ਆਪਦੀ ਮੂੰਹ ਦੀ ਖਾਣੀ ਪਈ ਸੀ। ਪਰ ਆਸ ਕਰਦੇ ਆ, ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਅਸੀਂ ਇਸ ਆਰਡੀਨੈਂਸ ਨੂੰ ਵੀ ਲਾਗੂ ਨਹੀਂ ਹੋਣ ਦੇਵਾਂਗੇ। ਤੇ ਜਿੱਥੋਂ ਤੱਕ ਗੱਲ ਕਰਦੇ ਹੋ ਭਲਿੰਦਰ ਜੀ, ਜੇ ਤੁਸੀਂ ਇਸ ਮੁੱਦੇ ਤੇ ਆਪਾਂ ਆਊਟ ਆਫ ਟਰੈਕ ਹੋ ਕੇ ਗੱਲ ਕਰਾਂਗੇ ਨਾ, ਥੋੜਾ ਜਿਹਾ ਟਾਈਮ ਵੱਧ ਚਾਹੀਦਾ। ਉਹਦੇ ਲਈ ਬਹੁਤ ਖਾਮੀਆਂ, ਸਾਡੀ ਪੋਲਿਟਿਕਸ 'ਚ ਵੀ ਬਹੁਤ ਕਮੀਆਂ ਤੇ ਜੋ ਕਿਸਾਨ ਸਿਰਫ ਇਹੀ ਗੱਲ ਕਰ ਰਿਹਾ ਕਿ ਕੀ ਕੋਈ ਹੈ ਦੁਨੀਆ ਵਿੱਚ ਜੋ ਕਿਸਾਨਾਂ ਦੀ ਸੁਣੇਗਾ, ਕੀ ਕੋਈ ਹੈ ਭਾਰਤ ਵਿੱਚ ਜੋ ਕਿਸਾਨਾਂ ਦੀ ਗੱਲ ਸੁਣੇਗਾ? ਕਿਉਂਕਿ ਸੁਰਿੰਦਰ ਸਿੰਘ ਜੀ, ਤੁਹਾਨੂੰ ਇਹ ਮੰਨਣਾ ਪਏਗਾ ਕਿਉਂਕਿ ਸਿਰਫ ਔਰ ਸਿਰਫ 2022 ਦੀਆਂ ਚੋਣਾਂ ਨੂੰ ਹੁਣ ਆਧਾਰ ਬਣਾ ਕੇ ਅੱਗੇਲੇ ਜਿਹੜੇ ਕਦਮ ਨੇ ਉਹ ਵਧਾਏ ਜਾ ਰਹੇ ਨੇ। ਭਾਵੇਂ ਉਹ ਕਿਸਾਨਾਂ ਦਾ ਨੁਕਸਾਨ ਆਉਣ ਵਾਲੇ ਸਮੇਂ ਵਿੱਚ ਹੋਏਗਾ, ਲੇਕਿਨ ਪਾਰਟੀਆਂ ਸਿਰਫ ਔਰ ਸਿਰਫ ਆਪਣੀ ਸੱਤਾ ਦੀਆਂ ਲਾਲਚ ਵਿੱਚ ਦਿਖਾਈ ਦੇ ਰਹੀਆਂ ਨੇ। ਸੁਰਿੰਦਰ ਸਿੰਘ ਜੀ, ਆਖਰੀ ਸਵਾਲ ਤੁਹਾਡੇ ਤੋਂ। ਪਹਿਲਾਂ ਵੀ ਦੱਸ ਚੁੱਕਾ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਆ, ਉਹਨਾਂ ਨੇ ਕਿਸਾਨਾਂ ਦੀ ਬਾਹ ਫੜੀ ਆ। ਕਿਸਾਨਾਂ ਦੇ ਹੱਕ ਦੇ ਵਿੱਚ ਸੈਂਟਰ 'ਚ ਵੀ ਜਾ ਕੇ ਉਹਨੇ ਹਾਂ ਦਾ ਨਾਰਾ ਮਾਰਿਆ। ਅੱਗੇ ਦੀ ਮੈਂ ਤੁਹਾਨੂੰ ਦੱਸਦਾ, ਜਿੱਥੇ ਨਾਰਾ ਬਣਾਉਣ ਦੀ ਗੱਲ ਆ 2022 ਦੀ, ਔਰ ਲੋਕਾਂ ਨੇ ਜੋ ਕੰਮ ਸਾਡੀ ਸਰਕਾਰ ਵੇਲੇ ਹੋਏ ਆ, ਲੋਕਾਂ ਨੇ ਉੱਤੇ ਮੋਹਰ ਲਾਉਣੀ ਆ। ਜੋ ਕੈਪਟਨ ਅਮਰਿੰਦਰ ਸਿੰਘ ਨੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਸਾਰੇ ਵਾਅਦੇ ਤੋਂ ਮੁੱਕਰ ਗਿਆ। ਔਰ ਇਹ ਕਹਿੰਦੇ ਸਰਕਾਰ ਬਣੂਗੀ, ਗੁਰੂ ਮਹਾਰਾਜ ਕਿਰਪਾ ਕਰਨਗੇ, ਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਹੱਥ 'ਚ ਗੁਟਕਾ ਫੜ ਕੇ ਸਹੁੰ ਖਾ ਕੇ ਤੁਸੀਂ ਧੋਖੇ ਨਾਲ ਸਰਕਾਰ ਬਣਾਈ ਆ। ਔਰ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਤੁਸੀਂ ਦੇਖ ਲਿਓ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਸਿਆਸੀ ਪਾਰਟੀ ਆ। ਅੱਜ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਔਰ ਕਿਸਾਨਾਂ ਦੀ ਬਾਹ ਪੱਕੇ ਤੌਰ ਤੇ ਫੜ ਕੇ ਕਿਸਾਨਾਂ ਦੇ ਨਾਲ ਰਵਾਂਗੇ। ਜੇ ਐਮਐਸਪੀ ਖਤਮ ਕਰੇਗੀ ਸੈਂਟਰ ਸਰਕਾਰ ਤੇ ਅਸੀਂ ਸੈਂਟਰ ਦਾ ਸਾਹ ਛੱਡ ਦਿਆਂਗੇ। ਰਾਣਾ ਸਾਹਿਬ ਔਰ ਸੁਰਿੰਦਰ ਜੀ ਦੋਨੋਂ ਹੀ ਪਾਰਟੀਆਂ ਦੀ ਆਪਣੀ ਆਪਣੀ ਤਰਫਦਾਰੀ ਕਰ ਰਹੀਆਂ ਨੇ ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਇਹ ਦੋਨੋਂ ਜਿਹੜੇ ਪਾਰਟੀਆਂ ਨੇ ਕਿਸਾਨਾਂ ਦੀ ਤਰਫਦਾਰੀ ਕਰਦੀਆਂ ਨੇ, ਕਿਸਾਨਾਂ ਦੀ ਬਾਹ ਫੜਨ ਦੇ ਇਹ ਵੱਡੇ ਵੱਡੇ ਦਾਅਵੇ ਵੀ ਕਰਦੀਆਂ ਨੇ। ਪਰ ਲੇਕਿਨ ਹੁੰਦਾ ਕੀ ਹੈ, ਸੜਕਾਂ ਤੇ ਇਸ ਸਮੇਂ ਕਿਸਾਨ ਰੁਲਦਾ ਵਿਖਾਈ ਦੇ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ 16 ਸਤੰਬਰ ਨੂੰ ਅਤੇ ਬੀਤੇ ਹੁਣ ਜਿਹੜਾ ਹੈਗਾ ਤਕਰੀਬਨ ਆਉਣ ਵਾਲਾ ਕੁਝ ਸਮਾਂ ਜਿਹੜਾ ਹੋਏਗਾ, ਅਗਲੇ 3-4 ਦਿਨ ਜਿਹੜੇ ਹੋਣਗੇ, ਕਿਸਾਨ ਸੜਕਾਂ ਤੇ ਰੁਲਦੇ ਵਿਖਾਈ ਦੇਣਗੇ, ਗਰਮੀ ਵਿੱਚ ਤਪਦੇ ਵਿਖਾਈ ਦੇਣਗੇ। ਇਹ ਤਪ ਜਿਹੜੀ ਹੈ ਉਹਨਾਂ ਦੀ ਖੇਤਾਂ 'ਚ ਜ਼ਮੀਨਾਂ 'ਚ ਜ਼ਰੂਰ ਹੁੰਦੀ ਹੈ ਜਦੋਂ ਉਹਨਾਂ ਦਾ ਬਿਜਾਈ ਦਾ ਸਮਾਂ ਹੁੰਦਾ, ਪਰ ਜਦੋਂ ਇਹ ਜਿਹੜੀ ਫਸਲ ਹੁੰਦੀ ਹੈ ਮੰਡੀਆਂ ਵਿੱਚ ਪਹੁੰਚਦੀ ਹੈ ਤਾਂ ਇਹੀ ਕਿਸਾਨ ਜਿਹੜਾ ਰੁਲਦਾ ਵਿਖਾਈ ਦਿੰਦਾ ਹੈ। ਜਿਹੜੀ ਸਰਕਾਰਾਂ ਦੇ ਜਿਹੜੇ ਧੱਕੇ ਹੁੰਦੇ ਨੇ ਇਹ ਕਿਸਾਨਾਂ ਦੇ ਸਿਰ ਤੇ ਹੀ ਪੈਂਦੇ ਨੇ। ਪਰ ਜਦੋਂ ਸਿਰਫ ਔਰ ਸਿਰਫ ਸੱਤਾ ਦੀ ਲਾਲਸਾ ਆਉਂਦੀ ਹੈ ਤਾਂ ਸਰਕਾਰਾਂ ਦੇ ਵਿੱਚ ਜਿਹੜੇ ਨੁਮਾਇੰਦੇ ਹੁੰਦੇ ਨੇ ਉਹ ਅੱਗੇ ਜ਼ਰੂਰ ਆ ਜਾਂਦੇ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਰਾਣਾ ਬਲਜੀਤ ਸਿੰਘ ਚਾਹਲ ਸਾਹਿਬ ਮੇਰੇ ਨਾਲ ਇਸ ਨਜ਼ਰੀਆ ਆਪਣਾ ਨਜ਼ਰੀਆ ਰੱਖਣ ਦੇ ਲਈ, ਕਿਉਂਕਿ ਅੱਜ ਦਾ ਨਜ਼ਰੀਆ ਬੇहद ਖਾਸ ਸੀਗਾ। ਕਿਉਂਕਿ ਕਿਸਾਨਾਂ ਦੀ ਸੁਣਵਾਈ ਕੌਣ ਕਰੇਗਾ, ਇਹ ਅਸੀਂ ਤੁਹਾਡੇ ਤੋਂ ਆਪਣੀ ਪਾਰਟੀਆਂ ਦੇ ਜ਼ਰੀਏ ਜ਼ਰੂਰ ਜਾਣਨਾ ਚਾਹੁੰਦੇ ਸਨ। ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜੇ ਰਹਿਣ ਦੇ ਲਈ। ਤੇ ਜੇਕਰ ਤੁਸੀਂ ਆਪਣਾ ਕੋਈ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਲਿਖ ਭੇਜੋ। ਸਾਡਾ ਈਮੇਲ ਪਤਾ ਹੈ info@cktimetv.com। ਮੇਰਾ ਫੋਨ ਨੰਬਰ ਹੈ, ਮੇਰਾ WhatsApp ਨੰਬਰ ਹੈ। ਤੁਸੀਂ ਆਪਣੇ ਸੁਝਾਅ ਸਾਨੂੰ WhatsApp ਨੰਬਰ ਰਾਹੀਂ ਵੀ ਦੇ ਸਕਦੇ ਹੋ। ਸਾਡਾ ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @bhalindarofficial। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਨਾਲ ਜੁੜਨ ਦੇ ਲਈ। ਧੰਨਵਾਦ।